स्वागत है पीटीसी न्यूज़ ਦੇ ਵਿਚਾਰ ਦਰਸ਼ਕਾਂ ਦਾ। ਮੈਂ ਹਰਪ੍ਰੀਤ ਸਿੰਘ। ਤੁਸੀਂ ਦੇਖ ਰਹੇ ਹੋ ਕਿ AI ਵਾਰਸ ਐਂਡ ਕੇਬਲਸ ਵਿਚਾਰ ਤਕਰਾਰ। ਜਿਸ ਤਰ੍ਹਾਂ ਕਰੋਨਾ ਦੀ ਰਫ਼ਤਾਰ ਵੱਧ ਰਹੀ ਹੈ, ਖਾਸ ਤੌਰ ਤੇ ਪਿੰਡੂ ਖੇਤਰਾਂ ਦੇ ਵਿੱਚ ਫਿਕਰ ਤੇ ਚਿੰਤਾ ਦੇ ਵਿੱਚ ਪਾਉਣ ਵਾਲੀ ਹੈ। ਹਾਲਾਂਕਿ ਵਾਰ-ਵਾਰ ਸਰਕਾਰ ਵੱਲੋਂ, ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਕਰੋਨਾ ਨੂੰ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਰਹੀਆਂ। ਪਰ ਜਦ ਤੱਕ ਡੈਥ ਰੇਟ ਨਹੀਂ ਘਟਦੀ ਤਦ ਤੱਕ ਇਹ ਮੰਨ ਕੇ ਨਹੀਂ ਚੱਲ ਸਕਦੇ ਕਿ ਕਰੋਨਾ ਦਾ ਕਿਤੇ ਵੀ ਕੋਈ ਕਹਿਰ ਘਟਦਾ ਨਜ਼ਰ ਆ ਰਿਹਾ। ਅੱਜ ਪੰਜਾਬ ਪਹਿਲੇ ਮੂਰਲੀ ਕਤਾਰ ਦੇ ਵਿੱਚ ਆਉਂਦਾ ਹੈ ਡੈਥ ਰੇਸ਼ੋ ਦੇ ਵਿੱਚ। ਪੰਜਾਬ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਨੇ ਕਰੋਨਾ ਨਾਲ ਜਦੋਂ ਰੇਸ਼ੋ ਕੱਢੀ ਜਾਂਦੀ ਹੈ। ਅਜਿਹੇ ਦੇ ਵਿੱਚ ਇਹ ਕਿਉਂ ਹੋ ਰਿਹਾ ਇਹ ਸਮਝਣ ਦੀ ਜ਼ਰੂਰਤ ਹੈਗੀ ਹੈ। ਪੰਜਾਬ ਦੇ ਪਿੰਡਾਂ ਦੇ ਵਿੱਚ ਕਰੋਨਾ ਲਗਾਤਾਰ ਫੈਲਦਾ ਜਾ ਰਿਹਾ ਹੈ। ਪਿੰਡਾਂ ਦੇ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਨੇ। ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਡਰਾਈਵ ਚਲਾਵਾਂਗੇ, ਟੈਸਟਿੰਗ ਡਰਾਈਵ ਚਲਾਵਾਂਗੇ, ਵੈਕਸੀਨੇਸ਼ਨ ਦੀ ਡਰਾਈਵ ਚਲਾਵਾਂਗੇ, ਪਰ ਉਹ ਕਿਤੇ ਗਰਾਊਂਡ ਤੇ ਨਜ਼ਰ ਨਹੀਂ ਆ ਰਹੀ, ਜਿਸ ਦਾ ਅਸਰ ਵੀ ਕੋਈ ਖਾਸ ਹੁੰਦਾ ਦਿਖਾਈ ਨਹੀਂ ਦੇ ਰਿਹਾ। ਜਦ ਤੱਕ ਗੱਲ ਪ੍ਰਾਈਵੇਟ ਹਸਪਤਾਲਾਂ ਦੀ ਹੈ, ਪ੍ਰਾਈਵੇਟ ਹਸਪਤਾਲਾਂ ਤੇ ਨਕੇਲ ਕੱਸਣ ਦੀ ਗੱਲ ਹੈ, ਸੂਬਾ ਸਰਕਾਰ ਨੇ ਸਿਰਫ ਇਹ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ ਕਿ ਸਾਡੇ ਰੇਟ ਫਿਕਸ ਨੇ, ਇਹਨਾਂ ਤੈਅ ਰੇਟਾਂ ਤੋਂ ਕੋਈ ਵੀ ਹਸਪਤਾਲ ਵੱਧ ਤੈਅ ਚਾਰਜ ਕਰਦਾ ਤਾਂ ਉਹਦੇ ਤੇ ਕਾਰਵਾਈ ਹੋਏਗੀ। ਪਰ ਅੱਜ ਕੋਈ ਵੀ ਪ੍ਰਾਈਵੇਟ ਹਸਪਤਾਲ ਤੁਸੀਂ ਦੇਖ ਲਓ, ਜ਼ਿਆਦਾਤਰ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹ ਤੈਅ ਕੀਮਤਾਂ ਤੋਂ ਵੱਧ ਪੈਸੇ ਲੈ ਰਹੇ ਨੇ। ਫਿਰ ਜਵਾਬਦੇਹੀ ਕਿਸ ਦੀ ਹੋਏਗੀ? ਕੀ ਸਰਕਾਰ ਦੀ ਜਵਾਬਦੇਹੀ ਹੋਏਗੀ? ਕੀ IMA ਦੀ ਜਵਾਬਦੇਹੀ ਹੋਏਗੀ? ਇਹ ਸਾਰੀਆਂ ਗੱਲਾਂ ਸਮਝਣ ਵਾਲੀਆਂ ਨੇ ਕਿ ਆਮ ਲੋਕ ਨੇ ਜਿਹੜੇ ਉਹ ਕਿੱਥੇ ਜਾਣ। ਅੱਜ ਪੰਜਾਬ ਦੇ ਵਿੱਚ ਸਰਕਾਰੀ ਹਸਪਤਾਲਾਂ ਤੋਂ ਲੋਕਾਂ ਦਾ ਬਹੁਤ ਹੱਦ ਤੱਕ ਜਿਹੜਾ ਉਹ ਵਿਸ਼ਵਾਸ ਉੱਠ ਗਿਆ। ਪਰ ਜਿਹੜੇ ਲੋਕ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂਦੇ ਨੇ ਉਹ ਪੂਰੀ ਤਰ੍ਹਾਂ ਲੁੱਟ ਖਸੁੱਟ ਹੁੰਦੀ ਹੈ ਉਹਨਾਂ ਦੀ। ਇੱਕ ਪੇਸ਼ੈਂਟ ਤੋਂ 7 ਤੋਂ ਲੈ ਕੇ 10 ਲੱਖ ਰੁਪਏ ਤੱਕ ਚਾਰਜ ਕੀਤੇ ਜਾਂਦੇ ਨੇ। ਸਾਡੇ ਕੋਲ ਲਗਾਤਾਰ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਨੇ ਕਿ ਪੂਰੀ ਤਰ੍ਹਾਂ ਦੇ ਨਾਲ ਲੁੱਟ ਖਸੁੱਟ ਹੋਈ ਹੈ। ਪਰ ਕਹੀਏ ਕਿਹਨੂੰ ਜਾ ਕੇ, ਕਿਸ ਨੂੰ ਦਸੀਏ ਕਿ ਸਾਡੇ ਨਾਲ ਲੁੱਟ ਖਸੁੱਟ ਹੋਈ ਹੈ? ਬੇਤਹਾਸ਼ਾ ਟੈਸਟ ਪਾ ਦਿੱਤੇ ਜਾਂਦੇ ਨੇ, ਬੇਤਹਾਸ਼ਾ ਦਵਾਈਆਂ ਦਾ ਬਿੱਲ ਬਣਾ ਦਿੱਤਾ ਜਾਂਦਾ ਹੈ, ਪਰ ਘੰਟੇ ਦੇ ਹਿਸਾਬ ਨਾਲ ਆਕਸੀਜਨ ਦੇ ਪੈਸੇ ਲਏ ਜਾਂਦੇ ਨੇ। ਇਹਨਾਂ ਸਾਰਿਆਂ ਤੇ ਨਕੇਲ ਕੱਸਣ ਲਈ ਕੋਈ ਨਹੀਂ ਹੈ। IMA ਦੀ ਕਿੰਨੀ ਕੁ ਜ਼ਿੰਮੇਵਾਰੀ ਹੈ ਜਾਂ IMA ਦਾ ਕਿੰਨਾ ਕੁ ਦਖਲ ਹੋਣਾ ਚਾਹੀਦਾ ਹੈ? ਇਸ ਤੇ ਵੀ ਇੱਕ ਸਵਾਲ ਉੱਠਦਾ ਹੈ ਕਿ ਸੂਬਾ ਸਰਕਾਰ ਦੇ ਹੱਥ ਵੱਸ ਹੈਗਾ ਪ੍ਰਾਈਵੇਟ ਹਸਪਤਾਲਾਂ ਤੇ ਨਕੇਲ ਕੱਸਣੀ? ਇਹ ਵੀ ਇੱਕ ਵੱਡਾ ਸਵਾਲ ਹੈਗਾ। ਨਾਲ ਹੀ ਜੋ ਵੈਕਸੀਨ ਦੀ ਗੱਲ ਚੱਲ ਰਹੀ ਹੈ, ਇਹ ਸਮਝ ਆਉਣਾ ਬੜਾ ਜ਼ਰੂਰੀ ਹੈ। ਤੁਸੀਂ ਪਹਿਲੀ ਡੋਜ਼ ਲਵਾਉਂਦੇ ਹੋ ਤਾਂ ਕਿਹਾ ਜਾਂਦਾ ਕਿ ਅਗਲੀ ਡੋਜ਼ ਹੈ ਜਿਹੜੀ 4 ਹਫ਼ਤੇ ਬਾਅਦ ਲੱਗੇਗੀ। ਥੋੜੇ ਦਿਨਾਂ ਬਾਅਦ ਹੀ ਗਾਈਡਲਾਈਨਸ ਚੇਂਜ ਕਰ ਦਿੱਤੀ ਜਾਂਦੀ, ਨਹੀਂ ਜੀ 6 ਹਫ਼ਤਿਆਂ ਬਾਅਦ ਲੱਗੇਗੀ, ਫਿਰ 8 ਹਫ਼ਤਿਆਂ ਬਾਅਦ ਲੱਗੇਗੀ, ਫਿਰ ਕਿਹਾ ਜਾਂਦਾ 6 ਮਹੀਨੇ ਦੇ ਵਿੱਚ ਜਦੋਂ ਮਰਜ਼ੀ ਲਗਵਾ ਸਕਦੇ ਹੋ। ਅਜਿਹੀਆਂ ਜਦੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ, ਭਾਵੇਂ ਉਹ ICMR ਵੱਲੋਂ ਹੋਣ ਜਾਂ ਕੇਂਦਰ ਸਰਕਾਰ ਵੱਲੋਂ ਹੋਣ, ਸੂਬਾ ਸਰਕਾਰ ਵੱਲੋਂ ਹੋਣ, ਇਹ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾਉਂਦੀਆਂ ਨੇ। ਤਮਾਮ ਤਰ੍ਹਾਂ ਦੇ ਸਵਾਲ ਨੇ ਜਿਹੜੇ ਇਹਨਾਂ ਦੇ ਜਵਾਬ ਲੈਣ ਦੀ ਅੱਜ ਅਸੀਂ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡੇ ਨਾਲ ਇੱਕ ਖਾਸ ਮਹਿਮਾਨ ਅੱਜ ਜੁੜੇ ਹੋਏ ਨੇ ਜਿਨ੍ਹਾਂ ਦੀ ਜਵਾਬਦੇਹੀ ਵੀ ਬਣਦੀ ਹੈ, ਜਿਹੜੇ ਖੁਦ ਡਾਕਟਰ ਵੀ ਨੇ। ਡਾਕਟਰ ਨਵਜੋਤ ਸਿੰਘ ਦਹੀਆ ਸਾਹਿਬ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ IMA ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ। ਦਹੀਆ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਦਹੀਆ ਸਾਹਿਬ, ਅੱਗੇ ਵਧਣ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਨੂੰ ਵੀ ਖਾਸ ਰਿਪੋਰਟ ਦਿਖਾਉਣਾ ਚਾਹੁੰਦਾ। ਉਹ ਰਿਪੋਰਟ ਬੜੀ ਲਾਜ਼ਮੀ ਹੈ ਦੇਖਣੀ ਕਿ ਜਿਹੜੀ ਮੈਂ ਗੱਲ ਕਹਿ ਰਿਹਾ ਕਿ ਪ੍ਰਾਈਵੇਟ ਹਸਪਤਾਲਾਂ ਦਾ ਇੰਨਾ ਮਾੜਾ ਹਾਲ ਹੈ, ਲੋਕਾਂ ਦੀ ਵੱਡੀ ਲੁੱਟ ਖਸੁੱਟ ਹੋ ਰਹੀ ਹੈ। ਇਹ ਇੱਕ ਛੋਟੀ ਜਿਹੀ ਰਿਪੋਰਟ ਤੁਹਾਨੂੰ ਦਿਖਾਣੀ ਹੈ। ਇਹ ਸਿਰਫ ਇੱਕ ਟ੍ਰੇਲਰ ਹੈ, ਜਿਸ ਤੋਂ ਬਾਅਦ ਸਹਿਜੇ ਤੁਹਾਨੂੰ ਸਮਝ ਆ ਜਾਏਗਾ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਹੋ ਕੀ ਰਿਹਾ। ਕੋਵਿਡ ਮਹਾਮਾਰੀ ਨਾਲ ਨਜਿੱਠਣ ਦੇ ਵਿੱਚ ਪੰਜਾਬ ਸਰਕਾਰ ਕਿਸ ਕਦਰ ਨਾਕਾਮ ਹੋਈ ਹੈ, ਉਸ ਦਾ ਇੱਕ ਪਹਿਲੂ ਸਰਕਾਰੀ ਹਸਪਤਾਲਾਂ ਦੇ ਵਿੱਚ ਸਹੂਲਤਾਂ ਦੀ ਘਾਟ, ਟੈਕਨੀਸ਼ੀਅਨ ਨਾ ਹੋਣ ਕਰਕੇ ਬੰਦ ਪਏ ਵੈਂਟੀਲੇਟਰਸ ਅਤੇ ਦੇਸ਼ ਦੇ ਵਿੱਚ ਸਭ ਤੋਂ ਵੱਧ ਮੌਤ ਦਰ ਹੈ। ਪਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਜਨਤਾ ਦੀ ਲੁੱਟ ਹੋਣ ਤੋਂ ਬਚਾਉਣ ਦੇ ਵਿੱਚ ਵੀ ਸਰਕਾਰ ਨਾਕਾਮ ਹੀ ਨਜ਼ਰ ਆਉਂਦੀ ਹੈ, ਜਿਸ ਦੇ ਕਿੰਨੇ ਹੀ ਮਾਮਲੇ ਪੰਜਾਬ ਦੇ ਵੱਖੋ-ਵੱਖ ਜ਼ਿਲ੍ਹਿਆਂ ਤੋਂ ਸਾਹਮਣੇ ਆ ਚੁੱਕੇ ਨੇ। ਅਪ੍ਰੈਲ ਮਹੀਨੇ ਦੇ ਵਿੱਚ ਅੰਮ੍ਰਿਤਸਰ ਦੇ ਨੀਲਕੰਠ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਕਰਕੇ 6 ਲੋਕਾਂ ਦੀ ਮੌਤ ਹੋ ਗਈ। ਇਲਜ਼ਾਮ ਲੱਗੇ ਕਿ ਪ੍ਰਸ਼ਾਸਨ ਵੱਲੋਂ ਹਸਪਤਾਲ ਨੂੰ ਸਮੇਂ ਸਿਰ ਆਕਸੀਜਨ ਦੀ ਸਪਲਾਈ ਨਹੀਂ ਹੋਈ। ਮਰੀਜ਼ਾਂ ਦੇ ਪਰਿਵਾਰਕ ਮੈਂਬਰ ਆਪਣੇ ਪੱਧਰ ਤੇ ਸਿਲੰਡਰਾਂ ਦਾ ਇੰਤਜ਼ਾਮ ਕਰ ਰਹੇ ਸਨ, ਪਰ ਇੱਕ ਹੀ ਰਾਤ ਦੇ ਵਿੱਚ 6 ਮਰੀਜ਼ਾਂ ਦੀ ਮੌਤ ਹੋਈ ਤਾਂ ਪ੍ਰਸ਼ਾਸਨ ਨੂੰ ਵੀ ਸੁੱਧ ਆਈ। ਜਾਂਚ ਦੇ ਹੁਕਮ ਦੇ ਦਿੱਤੇ ਗਏ, ਜਾਂਚ ਮੁਕੰਮਲ ਹੋ ਗਈ ਹੈ ਤੇ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ, ਜਿਸ ਦੇ ਵਿੱਚ ਇਹ ਪਾਇਆ ਗਿਆ ਕਿ ਸਿੱਧੀ ਅਣਗਹਿਲੀ ਹਸਪਤਾਲ ਦੀ ਸੀ। ਮੈਂ ਆਪਣੇ ਸਿਲੰਡਰ 3 ਅਵੇਲੇਬਲ ਕੀਤੇ ਆ, ਰਾਤ 2:30 ਵਜੇ 3 ਵਜੇ ਤੱਕ ਭੱਜ ਕੇ ਜੇ ਮੇਰੇ ਕੋਲ ਹੈਗਾ ਸੀ ਤੇ ਮੈਂ ਭਜਾ ਰਿਹਾ ਵਾਂ, ਕਦੀ ਇਧਰੋਂ ਉਧਰੋਂ ਕਰ ਰਿਹਾ ਵਾਂ, ਕੋਈ ਅਰੇਂਜ ਕਰ ਰਿਹਾ ਵਾਂ। ਆਕਸੀਜਨ ਨਹੀਂ ਇਹਨਾਂ ਕੋ ਹੈਗੀ, ਅਸੀਂ ਆਪਣੀ ਲਿਆ ਕੇ ਤੇ ਕਵਰ ਕਰ ਰਹੇ। ਜ਼ੀਰਕਪੁਰ ਦੇ ਨਿਊ ਲਾਈਫ ਲਾਈਨ ਹਸਪਤਾਲ ਤੇ ਤਾਂ ਮਰੀਜ਼ ਤੋਂ ਵੱਧ ਚਾਰਜ ਲਾਉਣ ਦੇ ਇਲਜ਼ਾਮ ਦੇ ਵਿੱਚ FIR ਤੱਕ ਦਰਜ ਹੋ ਚੁੱਕੀ ਹੈ, ਜਿਸ ਨਾਲ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਕਿਸ ਤਰ੍ਹਾਂ ਮਹਾਮਾਰੀ ਦੇ ਵਿੱਚ ਮਰੀਜ਼ਾਂ ਦੀ ਮਜਬੂਰੀ ਨਿੱਜੀ ਹਸਪਤਾਲਾਂ ਦੇ ਲਈ ਮੋਟਾ ਪੈਸਾ ਕਮਾਉਣ ਦਾ ਜ਼ਰੀਆ ਬਣ ਚੁੱਕੀ ਹੈ।
ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਇੱਕ ਹੋਰ ਮਾਮਲਾ ਜ਼ਿਲ੍ਹਾ ਪਟਿਆਲਾ ਤੇ ਪਾਤੜਾਂ ਤੋਂ ਆਇਆ, ਜਿੱਥੇ ਮਰੀਜ਼ ਦੇ ਪਰਿਵਾਰ ਨੂੰ ਸਾਫ਼ ਕਹਿ ਦਿੱਤਾ ਗਿਆ ਕਿ ਆਪਣੇ ਮਕਾਨ ਦੇ ਕਾਗਜ਼ ਰੱਖ ਜਾਓ ਤੇ ਆਪਣਾ ਮਰੀਜ਼ ਲੈ ਜਾਓ। ਜੀ ਹਾਂ, ਕਿਉਂਕਿ ਗਰੀਬ ਪਰਿਵਾਰ ਕੋਲ 1,10,000 ਰੁਪਏ ਭਰਨ ਤੋਂ ਬਾਅਦ 70,000 ਰੁਪਏ ਹੋਰ ਭਰਨ ਦੀ ਸਮਰੱਥਾ ਨਹੀਂ ਸੀ, ਤਾਂ ਇਸ ਭਗਵਾਨ ਹੈਲਥ ਕੇਅਰ ਸੈਂਟਰ ਨੇ ਪਰਿਵਾਰ ਤੋਂ ਉਹਨਾਂ ਦੇ ਘਰ ਦੇ ਕਾਗਜ਼ ਹੀ ਮੰਗ ਲਏ। ਵੀ ਸਾਡਾ ਜਿਹੜਾ ਘਰ ਹੈਗਾ, ਅਸੀਂ ਦੇਖੋ ਗਰੀਬ ਬੰਦੇ ਆਂਗੇ, ਵੀ ਅਸੀਂ ਦਿਹਾੜੀ ਕਰਨ ਵਾਲੇ ਆਂਗੇ, ਹੋਰ ਸਾਡੇ ਪੱਲੇ ਵਾਲੇ ਕੁਛ ਨਹੀਂ ਹੈਗਾ। ਸਾਡਾ ਮੁੰਡਾ ਹੀ ਹੈਗਾ, 2 ਬੇਟੀਆਂ ਨੇ ਇਹਦੀਆਂ, 1 ਬੇਟਾ ਹੈਗਾ, ਮਿਸਿਜ ਉਹਨਾਂ ਦੀ, ਤੇ ਇਹ ਬੰਦਾ ਸਾਡਾ ਬਿਮਾਰ ਹੋ ਗਿਆ। ਇੱਥੇ ਸਾਡੇ ਇੰਨੇ ਪੈਸੇ ਲੱਗ ਗਏ, ਉਹਨੇ ਘਰ ਵੀ ਗਿਰਵੀ ਰੱਖ ਲਿਆ। ਖੰਨਾ ਦੇ ਪ੍ਰਾਈਵੇਟ ਜੈਨ ਹਸਪਤਾਲ ਦੇ ਵਿੱਚ ਕੋਵਿਡ ਦੇ ਮਰੀਜ਼ ਦੇ ਇਲਾਜ ਲਈ 7.5 ਲੱਖ ਰੁਪਏ ਦਾ ਬਿੱਲ ਬਣਾ ਦਿੱਤਾ ਗਿਆ। ਇਹ ਉਦੋਂ ਹੋਇਆ ਜਦੋਂ ਸਰਕਾਰ ਨਿੱਜੀ ਹਸਪਤਾਲਾਂ ਦੇ ਵਿੱਚ ਇਲਾਜ ਦੀ ਕੀਮਤ ਤੈਅ ਕਰ ਚੁੱਕੀ ਹੈ, ਪਰ ਉਸ ਦੇ ਬਾਵਜੂਦ ਪ੍ਰਾਈਵੇਟ ਹਸਪਤਾਲ ਮਰੀਜ਼ਾਂ ਦੀ ਜਾਨ ਬਚਾਉਣ ਦੇ ਬਦਲੇ ਉਹਨਾਂ ਦੀ ਜ਼ਿੰਦਗੀ ਦੀ ਸਾਰੀ ਕਮਾਈ ਹੜੱਪ ਕਰ ਰਹੇ ਨੇ ਤੇ ਮਰੀਜ਼ਾਂ ਦੇ ਪਰਿਵਾਰ ਆਪਣੀਆਂ ਜਾਇਦਾਦਾਂ ਵੇਚ ਕੇ ਹਸਪਤਾਲਾਂ ਦੇ ਬਿੱਲ ਭਰਨ ਨੂੰ ਮਜਬੂਰ ਨੇ। ਹੁਣ ਤੱਕ ਸਾਡੇ ਤੋਂ 10-15 ਦਿਨ ਹੋ ਗਏ, 5.5 ਲੱਖ ਰੁਪਏ ਹੁਣ ਤੱਕ ਲੈ ਲਿਆ ਇਹਨਾਂ ਨੇ। ਕਿਹੜਾ ਹਸਪੀਟਲ ਹੈ? ਜੈਨ ਹਸਪੀਟਲ ਜੀ। ਉਹ ਮੰਗ ਰਹੇ ਸੀਗੇ ਸਾਡੇ ਤੋਂ 7 ਲੱਖ ਰੁਪਏ ਮੰਗ ਰਹੇ ਸੀਗੇ, 7.5 ਲੱਖ ਰੁਪਏ, 5.5 ਲੱਖ ਰੁਪਏ ਦੇਦਾ ਸੀਗਾ, 2 ਲੱਖ ਰੁਪਏ ਹੋਰ ਮੰਗ ਰਹੇ ਸੀ। ਮੈਂ ਕਿਹਾ ਸਰ ਵੀ ਹੁਣ ਤਾਂ ਸਾਡੇ ਕੋਲ ਹੈ ਨਹੀਂ, 16-17 ਦਿਨ ਹੋ ਗਏ ਸਾਨੂੰ ਇੱਥੇ। ਜਦੋਂ ਇਸ ਮਾਮਲੇ ਦੇ ਵਿੱਚ ਐਸਐਮਓ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕੈਮਰੇ ਅੱਗੇ ਇਹ ਗੱਲ ਕਬੂਲ ਕੀਤੀ ਕਿ ਕੋਰੋਨਾ ਨਾਲ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਲਈ ਉਹਨਾਂ ਕੋਲ ਬੈੱਡ ਨਹੀਂ ਨੇ। ਅਜਿਹੇ ਦੇ ਵਿੱਚ ਮਜਬੂਰ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਦਾ ਰੁਖ ਕਰਨਾ ਪੈਂਦਾ, ਜੋ ਅਖੀਰ ਦੇ ਵਿੱਚ ਉਹਨਾਂ ਦੀਆਂ ਜੇਬਾਂ ਤੇ ਡਾਕਾ ਪਾਉਂਦੇ ਨੇ। ਜਿਹੜੇ ਸਟੇਬਲ ਪੇਸ਼ੈਂਟ ਹੈ, ਮੀਡੀਅਮ ਪੇਸ਼ੈਂਟ ਹੈਗੇ, ਮੋਡਰੇਟ ਪੇਸ਼ੈਂਟ ਹੈਗੇ, ਅਸੀਂ ਉਹਨਾਂ ਦਾ ਆਕਸੀਜਨ ਦੇ ਨਾਲ ਤੇ ਸਪੋਰਟਿਵ ਟ੍ਰੀਟਮੈਂਟ ਨਾਲ ਟ੍ਰੀਟਮੈਂਟ ਕਰਦੇ ਹੈਗੇ। ਜਦੋਂ L3 ਬੈੱਡ ਦੀ ਜ਼ਰੂਰਤ ਪੈਂਦੀ ਹੈ ਉਦੋਂ ਥੋੜ੍ਹੀ ਦਿੱਕਤ ਆਉਂਦੀ ਹੈ, ਉਹ ਸਾਰੇ ਭਰੇ ਹੋਏ ਨੇ, ਉਹਦੀ ਅਵੇਲੇਬਿਲਿਟੀ ਦੀ ਮੁਸ਼ਕਲ ਆ ਜਾਂਦੀ ਹੈ। ਪੰਜਾਬ ਦੇ ਵਿੱਚ ਮਰੀਜ਼ਾਂ ਦੀ ਹੋ ਰਹੀ ਲੁੱਟ ਦਾ ਇਹ ਸਿਰਫ ਇੱਕ ਟ੍ਰੇਲਰ ਹੈ, ਜਦਕਿ ਹਕੀਕਤ ਦੇ ਵਿੱਚ ਅਜਿਹੇ ਹੋਰ ਕਿੰਨੇ ਹੀ ਮਾਮਲੇ ਹੋਣਗੇ ਜੋ ਮੀਡੀਆ ਤੱਕ ਪਹੁੰਚ ਨਹੀਂ ਸਕੇ। ਭਾਵੇਂ ਹੀ ਪੰਜਾਬ ਸਰਕਾਰ ਆਪਣੇ ਵੱਲੋਂ ਇਲਾਜ ਦੀ ਕੀਮਤ ਤੈਅ ਕਰਕੇ ਆਪਣੀ ਜ਼ਿੰਮੇਵਾਰੀ ਪੂਰੀ ਸਮਝ ਰਹੀ ਹੋਵੇ, ਪਰ ਲੁਟੇਰੇ ਹਸਪਤਾਲਾਂ ਤੇ ਠੱਲ ਪਾਉਣ ਦੇ ਵਿੱਚ ਸਰਕਾਰ ਅਜੇ ਵੀ ਨਾਕਾਮ ਨਜ਼ਰ ਆ ਰਹੀ ਹੈ। ਬਿਊਰੋ ਰਿਪੋਰਟ, BTC ਨਿਊਜ਼। ਸੋ ਇਹ ਸੀ ਖਾਸ ਰਿਪੋਰਟ ਜਿਸ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪ੍ਰਾਈਵੇਟ ਹਸਪੀਟਲ ਲੁੱਟ-ਖਸੁੱਟ ਕਰ ਰਹੇ ਨੇ। ਇੱਥੋਂ ਤੱਕ ਕਿ ਜੇ ਕਿਸੇ ਕੋ 70,000 ਰੁਪਈਆ ਬਿੱਲ ਦੇਣ ਦੇ ਵਿੱਚ ਘੱਟ ਹੈ, ਤੁਹਾਨੂੰ ਇਹ ਕਿਹਾ ਜਾ ਰਿਹਾ ਕਿ ਆਪਣੇ ਮਕਾਨ ਦੇ ਕਾਗਜ਼ ਰੱਖ ਜਾ ਜੇ ਆਪਣਾ ਮਰੀਜ਼ ਲੈ ਕੇ ਜਾਣਾ। ਇਹ ਹਾਲਾਤ ਨੇ। ਅਸੀਂ ਕਹਿੰਦੇ ਹਾਂ ਕਿ ਡਾਕਟਰੀ ਪੇਸ਼ਾ ਸੇਵਾ ਦਾ ਪੇਸ਼ਾ, ਇਹ ਸੇਵਾ ਦਾ ਪੇਸ਼ਾ ਇਦਾਂ ਦਾ ਹੋਏਗਾ, ਇਹ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਸੀ। ਡਾਕਟਰ ਨਵਜੋਤ ਸਿੰਘ ਦਹੀਆ ਸਾਹਿਬ ਸਾਡੇ ਨਾਲ ਮੌਜੂਦ ਨੇ। ਦਹੀਆ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹਾਂਜੀ ਹਰਪ੍ਰੀਤ ਜੀ। ਦਹੀਆ ਸਾਹਿਬ, ਇੱਕ ਸਵਾਲ ਮੈਂ ਜ਼ਰੂਰ ਸਮਝਣਾ ਚਾਹੁੰਦਾ। IMA ਦੀ ਜਿੱਥੇ ਤੱਕ ਅਸੀਂ ਰਿਸਪੌਂਸਿਬਿਲਿਟੀ ਦੀ ਗੱਲ ਸਮਝਦੇ ਹਾਂ, ਜ਼ਿੰਮੇਵਾਰੀ ਦੀ ਗੱਲ ਸਮਝਦੇ ਹਾਂ, ਪ੍ਰਾਈਵੇਟ ਹਸਪਤਾਲਾਂ ਤੇ ਕਿਸੇ ਤਰ੍ਹਾਂ ਤੇ ਕੋਈ ਚੈੱਕ, ਕਿਸੇ ਤਰ੍ਹਾਂ ਦਾ ਕੋਈ ਨਕੇਲ IMA ਵੱਲੋਂ ਰੱਖਿਆ ਜਾਂਦਾ ਹੈ, ਦੇਖਿਆ ਜਾਂਦਾ ਕਿ ਨਹੀਂ ਦੇਖਿਆ ਜਾਂਦਾ? ਅੱਜ ਪੰਜਾਬ ਦੇ ਵਿੱਚ ਕਿੰਨੀਆਂ ਹੀ ਉਦਾਹਰਨਾਂ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਕਿ ਕਿੰਨੀ ਲੁੱਟ-ਖਸੁੱਟ ਪ੍ਰਾਈਵੇਟ ਹਸਪਤਾਲ ਕਰ ਰਹੇ ਨੇ। ਮੈਂ ਸਾਰੇ ਹਸਪਤਾਲਾਂ ਦੀ ਗੱਲ ਨਹੀਂ ਕਰਦਾ, ਕੁਝ ਕੁ ਹਸਪਤਾਲ ਨੇ ਜਿਹੜੇ ਸਿਰਫ ਤੇ ਸਿਰਫ ਲੁੱਟ-ਖਸੁੱਟ ਕਰ ਰਹੇ ਨੇ, ਕਈਆਂ ਤੇ ਪਰਚੇ ਵੀ ਦਰਜ ਹੋਏ ਨੇ। ਇਹ ਕੋਈ ਕਾਰਵਾਈ ਇਹਨਾਂ ਤੇ ਕਿਉਂ ਨਹੀਂ ਕਰ ਪਾਉਂਦੇ? ਦੇਖੋ ਹਰਪ੍ਰੀਤ ਜੀ, ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਨੇ ਰਾਈਟਿੰਗ ਦੇ ਵਿੱਚ ਗਵਰਨਮੈਂਟ ਨੂੰ ਦਿੱਤਾ ਹੈ ਕਿ ਜੇ ਕੋਈ ਵੀ ਹਸਪੀਟਲ ਜੋ ਗਵਰਨਮੈਂਟ ਦੇ ਨਿਰਧਾਰਿਤ ਰੇਟ ਹੈ ਉਸ ਤੋਂ ਵੱਧ ਚਾਰਜ ਕਰਦਾ ਹੈ, ਉਹਦੇ ਤੇ ਕੋਈ ਵੀ ਉਹ ਐਕਸ਼ਨ ਲੈ ਸਕਦੇ ਨੇ। ਸੋ ਅਸੀਂ ਇਹ ਗੱਲ ਤੁਹਾਨੂੰ ਇੱਕ ਦੱਸਣੀ ਚਾਹੁੰਦੇ ਹਾਂ ਕਿ ਜਿਹੜੀ ਪ੍ਰੋਬਲਮ ਹੈ, ਉਹ ਪ੍ਰੋਬਲਮ ਕਈ ਵਾਰੀ ਆਪਾਂ ਨੂੰ ਡੂੰਘਾਈ ਜਾ ਕੇ ਨਜ਼ਰ ਨਹੀਂ ਆਉਂਦੀ। ਜੇ ਅੱਜ ਆਪਾਂ ਗੱਲ ਕਰੀਏ ਪ੍ਰੀ ਕੋਵਿਡ ਤੇ ਪੋਸਟ ਕੋਵਿਡ ਇਰਾ ਦੀ, ਪ੍ਰੀ ਕੋਵਿਡ ਦੇ ਵਿੱਚ ਕੋਈ ਵੀ ਜਿਹੜਾ ਆਕਸੀਜਨ ਦਾ ਇੱਕ ਸਿਲੰਡਰ ਸੀਗਾ, ਉਹ ਕਿਸੇ ਹਸਪਤਾਲ ਨੂੰ 130 ਰੁਪਏ ਦੇ ਹਿਸਾਬ ਨਾਲ ਮਿਲਦਾ ਸੀ, ਜਿਹੜਾ ਕਿ ਪੀਕ ਦੇ ਵਿੱਚ 700-800 ਰੁਪਏ ਦੇ ਹਿਸਾਬ ਨਾਲ ਕਈ ਵਾਰੀ ਉਹ ਵੀ ਬੜੀ ਮੁਸ਼ਕਿਲ ਨਾਲ ਮਿਲਿਆ। ਉਹਦੇ ਤੋਂ ਬਿਨਾਂ ਜਿਹੜੀਆਂ ਦਵਾਈਆਂ ਸੀਗੀਆਂ ਜਾਂ ਜਿਹੜੀਆਂ ਜਨਰਲ ਹੋਰ ਮੈਡੀਸਨ ਸੀਗੀਆਂ, ਉਹਨਾਂ ਦੇ ਪ੍ਰਾਈਸ ਜਿਹੜੇ ਹੈ ਬਹੁਤ ਜ਼ਿਆਦਾ ਵੱਧ ਗਏ, ਕਿਉਂਕਿ ਕੁਝ ਲੋਕਡਾਊਨ ਹੋ ਗਿਆ, ਮੈਨੂਫੈਕਚਰਿੰਗ 'ਚ ਕਮੀ ਹੋ ਗਈ। ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜੇ ਸਰਕਾਰ ਜਾਂ ਕਿਤੇ ਇਦਾਂ ਲੱਗਦਾ ਹੈਗਾ ਵੀ ਕੋਈ ਹਸਪੀਟਲ ਵੱਧ ਚਾਰਜ ਕਰਦਾ ਹੈ, ਉਹਦੀ ਪ੍ਰੋਪਰ ਉਹਦਾ ਇੱਕ ਤਰੀਕਾ ਹੈ, ਆਪਣੇ ਸਿਵਲ ਸਰਜਨ ਡਿਸਟ੍ਰਿਕਟ ਗ੍ਰੀਵੈਂਸਸ ਕਮੇਟੀਆਂ ਬਣੀਆਂ ਹੋਈਆਂ, ਉੱਥੇ ਜਾ ਕੇ ਬੰਦੇ ਨੂੰ ਜਾਣਾ ਚਾਹੀਦਾ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਪ੍ਰਾਈਵੇਟ ਹਸਪੀਟਲ ਜਿਹੜਾ ਹੈਗਾ, ਉਹਦੇ ਇੱਕ ਪਰ ਡੇ ਇੱਕ ਫਿਕਸ ਚਾਰजेस ਨੇ, ਉਹਦੇ ਤੇ ਐਕਸਪੈਂਸਿਸ ਪੈਂਦੇ ਨੇ, ਬਿਜਲੀ ਦੇ ਭਾਰੀ ਬਿੱਲ ਹੈ, EMPLOYEES ਦੀ ਸੈਲਰੀ ਹੈ,
ਜਦੋਂ ਤੁਸੀਂ ਆਪਾਂ ਗੱਲ ਕਰਦੇ ਆ ਇਹ ਡਾਕਟਰੀ ਪੇਸ਼ਾ ਤੇ ਹਸਪਤਾਲ ਇਹਨਾਂ ਦੋ ਚੀਜ਼ਾਂ ਨੂੰ ਅੱਡ-ਅੱਡ ਰੱਖਣਾ ਚਾਹੀਦਾ ਕਿਉਂਕਿ ਡਾਕਟਰ ਦਾ ਕੰਮ ਪੇਸ਼ੈਂਟ ਦਾ ਟ੍ਰੀਟਮੈਂਟ ਕਰਨਾ ਹੈ ਜੀ ਬਟ ਜਿਹੜਾ ਉਹਦੀ ਜਿਹੜੇ ਫਾਈਨੈਂਸਿਸ ਹੈ ਉਹ ਹਸਪੀਟਲ ਦੇਖਦਾ ਹੈ ਕਿ ਉਹਨੂੰ ਕਿੱਦਾਂ ਵਾਇਬਲ ਹੁੰਦੇ ਨੇ ਜਿਹੜੇ ਸਾਡੇ ਡਾਕਟਰ ਭਰਾ ਕਿਤੇ ਵੀ ਕੰਮ ਕਰਦੇ ਆ ਉਹ ਤਾਂ ਆਪਣੀ ਉਹੀ ਸੈਲਰੀ ਜੀ 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 ਜਾਂ ਉਹੀ ਦਈਏ ਸਾਹਿਬ ਮੈਂ ਇਹ ਸਮਝਣਾ ਚਾਹੁੰਦਾ ਨਾ ਦਈਏ ਸਾਹਿਬ ਇਹਨਾਂ ਹਸਪੀਟਲਸ ਦੇ ਉੱਤੇ ਔਰ ਮੈਨੇਜਮੈਂਟ ਇਹਨਾਂ ਹਸਪੀਟਲਸ ਹੈਗਾ ਗਵਰਨਮੈਂਟ ਦੇ ਦਿਸ਼ਾ ਨਿਰਦੇਸ਼ਾਂ ਤੇ ਜਾਣਾ ਚਾਹੀਦਾ ਇਹਨਾਂ ਹਸਪੀਟਲਸ ਦੇ ਉੱਤੇ ਕੋਈ ਚੈੱਕ ਹੈ ਕਿ ਨਹੀਂ? ਇਸ ਗੱਲ ਤੇ ਆਉਣੇ ਸਾਨੂੰ ਇੱਕ ਗੱਲ ਦੀ ਕਲੈਰਿਟੀ ਚਾਹੀਦੀ ਹੈ ਕਿ ਡਾਕਟਰ ਇੱਕ ਵੱਖਰੀ ਚੀਜ਼ ਹੈ ਔਰ ਹਸਪਤਾਲ ਇੱਕ ਵੱਖਰੀ ਚੀਜ਼ ਹੈ। ਠੀਕ ਹੈ ਮੈਂ ਐਗਰੀ ਤੁਹਾਡੀ ਗੱਲ ਨਾਲ ਪਰ ਇਸ ਗੱਲ ਤੇ ਕੋਈ ਚੈੱਕ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ? ਜਦੋਂ ਬਿੱਲ ਲੋਕਾਂ ਦੇ ਆਉਂਦੇ ਨੇ ਅਸੀਂ ਖੁਦ ਦੇਖੇ ਨੇ ਉਹਦੇ ਵਿੱਚ ਲਿਖਿਆ ਜਾਂਦਾ 500 ਰੁਪਏ ਪ੍ਰਤੀ ਘੰਟਾ ਆਕਸੀਜਨ ਦਾ। ਇਹ ਜਿਹੜੇ ਟੈਸਟਸ ਨੇ ਜਿਹੜੇ ਬਾਹਰ 500 ਰੁਪਏ ਦੇ ਹੁੰਦੇ ਨੇ ਉਹ 2-2000 ਰੁਪਏ ਦੇ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਕਿਸੇ ਮਰੀਜ਼ ਕੋਲ ਜੇ 70000 ਰੁਪਏ ਨਹੀਂ ਹੈ ਤਾਂ ਉਹਨੂੰ ਇਹ ਕਿਹਾ ਜਾਂਦਾ ਕਿ ਆਪਣੇ ਮਕਾਨ ਤੇ ਕਾਗਜ਼ ਇੱਥੇ ਰੱਖ ਜਾ। ਮਤਲਬ ਇਸ ਕਰਕੇ ਕਹਿੰਦੇ ਆ ਕਿ ਹਸਪਤਾਲਾਂ ਦੇ ਕਾਰਨ ਡਾਕਟਰਾਂ ਦਾ ਪੇਸ਼ਾ ਵੀ ਬਦਨਾਮ ਹੋ ਰਿਹਾ। ਇਸ ਨੂੰ ਸਮਝਣ ਦੀ ਜ਼ਰੂਰਤ ਹੈ। ਲੋਕਾਂ ਦਾ ਵਿਸ਼ਵਾਸ ਖਤਮ ਹੋ ਰਿਹਾ ਹਸਪਤਾਲਾਂ ਤੋਂ। ਸਰ ਮੈਂ ਤੁਹਾਡੀ ਗੱਲ ਦੇ ਨਾਲ ਐਗਰੀ ਕਰਦਾ ਹਾਂ। ਮੈਂ ਤਾਂ ਇਹ ਕਹਿੰਦਾ ਕਿ ਗਵਰਨਮੈਂਟ ਸੈਟਅਪ ਜਿਹੜੀ ਹੈਲਥ ਹੈ ਇਹ ਕਿਸੇ ਵੀ ਨੇਸ਼ਨ ਦੀ ਰਿਸਪੌਂਸਿਬਿਲਿਟੀ ਹੈ। ਸਾਡਾ ਇਸ ਵਾਰੀ ਕਰੋਨਾ ਦੇ ਵਿੱਚ ਜਿਹੜਾ ਹੈਗਾ ਹੈਲਥ ਸਿਸਟਮ ਜਿਹੜਾ ਗਵਰਨਮੈਂਟ ਦਾ ਹੈਗਾ ਉਹਦੇ ਵਿੱਚ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹ ਇਹ ਸੀਗੀਆਂ ਕਿ ਜਦੋਂ ਆਪਾਂ ਕੋਈ ਵੀ ਜਦੋਂ ਦੇਖਦੇ ਹਾਂ ਸਾਡੇ 3 ਤਰ੍ਹਾਂ ਦੇ ਟ੍ਰੀਟਮੈਂਟ ਹੁੰਦੇ ਆ, ਇੱਕ ਪ੍ਰਾਇਮਰੀ, ਇੱਕ ਸੈਕੰਡਰੀ ਤੇ ਇੱਕ ਟਰਸ਼ਰੀ। ਪ੍ਰਾਇਮਰੀ ਟ੍ਰੀਟਮੈਂਟ ਹੈਗਾ ਜਿੱਥੇ ਆਪਾਂ ਮਲੇਰੀਆ ਦੀਆਂ ਗੋਲੀਆਂ ਜਾਂ ਆਪਾਂ ਗਰਭ ਨਿਰੋਧਕ ਗੋਲੀਆਂ ਜਾਂ ਆਪਾਂ ਜਿਹੜੀ ਜਨਰਲ ਪੋਪੂਲੇਸ਼ਨ ਨੂੰ ਪ੍ਰੋਬਲਮ ਹੈ ਉਹਦੇ ਵਿੱਚ ਗਵਰਨਮੈਂਟ ਸਿਸਟਮ ਬੜਾ ਸਟਰੋਂਗ ਹੈ। ਉਹਦੇ ਬਾਅਦ ਜਿਹੜਾ ਸੈਕੰਡਰੀ ਸਿਸਟਮ ਹੈਗਾ ਜਿੱਥੇ ਹਰਨੀਆਂ ਦੇ ਆਪਰੇਸ਼ਨ ਜਾਂ ਜੱਚਾ ਬੱਚਾ ਦੀਆਂ ਗੱਲਾਂ ਹੁੰਦੀਆਂ ਉੱਥੇ ਗਵਰਨਮੈਂਟ ਸਿਸਟਮ ਸਟਰੋਂਗ ਹੈ। ਬਟ ਇਸ ਪੈਂਡੈਮਿਕ ਦੇ ਵਿੱਚ ਜਿਹੜਾ ਟਰਸ਼ਰੀ ਸਿਸਟਮ ਹੈ ਉਹ ਸਾਹਮਣੇ ਆਇਆ ਕਿ ਪੇਸ਼ੈਂਟਸ ਨੂੰ ਟਰਸ਼ਰੀ ਕੇਅਰ ਦੀ ਲੋੜ ਹੈ। ਔਰ ਟਰਸ਼ਰੀ ਕੇਅਰ ਜਿਹੜੀ ਹੈ ਉਹ ਜੇ ਤੁਸੀਂ ਗੱਲ ਕਰੋ ਪੰਜਾਬ ਦੀ, ਤੁਸੀਂ ਕਿਤੇ ਇਹਨੂੰ ਮੈਦਾਨਤਾ ਜਾਂ ਦਿੱਲੀ ਨਾਲ ਕੰਪੇਅਰ ਕਰੋਗੇ ਅਸੀਂ ਉਹਨਾਂ ਤੋਂ ਘੱਟ 200-250% ਸਸਤਾ ਪ੍ਰਾਈਵੇਟ ਸੈਕਟਰ 'ਚ ਇੱਥੇ ਟ੍ਰੀਟਮੈਂਟ ਕਰਦੇ ਹਾਂ। ਬਟ ਇਸ਼ੂ ਕੀ ਹੈ ਕਿ ਜਿਹੜੇ ਫਿਕਸਡ ਐਕਸਪੈਂਸਿਸ ਹੈ ਕਿਸੇ ਵੀ ਹਸਪੀਟਲ ਦੇ ਉਹ ਬਹੁਤ ਹੈਵੀ ਨੇ। ਤੁਸੀਂ ਜੇ ਦੇਖੋਗੇ ਜੇ ਵੈਂਟੀਲੇਟਰ ਚੱਲ ਰਹੇ ਨੇ, ਟਰਬਾਈਨ ਚੱਲ ਰਹੀਆਂ, HNFO ਚੱਲ ਰਿਹਾ ਤਾਂ ਬਿਜਲੀ ਦੇ ਬਿੱਲ ਵੀ ਉਸੇ ਹਿਸਾਬ ਨਾਲ ਆ ਰਹੇ। ਮੈਂ ਤਾਂ ਇਹ ਗੱਲ ਕਹਿੰਦਾ ਕਿ ਕੋਈ ਵੀ ਇੱਕ ਪ੍ਰਾਈਵੇਟ ਹਸਪੀਟਲ ਗਵਰਨਮੈਂਟ ਨੂੰ ਟੇਕ ਓਵਰ ਕਰਕੇ 1-2 ਮਹੀਨੇ ਚਲਾ ਕੇ ਦੇਖਣਾ ਚਾਹੀਦਾ। ਜਿਹੜਾ ਇੱਕ ਮੀਡੀਅਮ ਸੈਕਟਰ ਦਾ ਪ੍ਰਾਈਵੇਟ ਹਸਪੀਟਲ ਹੈ ਉਹ 200-250 ਪਰਿਵਾਰਾਂ ਨੂੰ ਰੁਜ਼ਗਾਰ ਵੀ ਦਿੰਦਾ ਹੈ। ਆਪਾਂ ਇਹ ਨਾ ਸਮਝੀਏ ਕਿ ਉਹ ਪੈਸੇ ਹਸਪੀਟਲ 'ਚ ਚਲੇ ਜਾਂਦੇ ਆ, ਉਹ ਪੈਸੇ ਜਿਹੜੇ ਆ ਕਈ ਪਰਿਵਾਰਾਂ ਨੂੰ ਪਾਲਦੇ ਨੇ। ਜਿਹੜੇ ਮਾਰਜਨਸ ਨੇ ਉਹ ਕਿਸੇ ਵੀ ਬਿਜ਼ਨਸ ਦੇ 10% ਜਾਂ 15% ਹੋ ਸਕਦੇ ਆ। ਕੋਈ ਬਹੁਤ ਜ਼ਿਆਦਾ ਵਧੀਆ ਬਿਜ਼ਨਸ ਕਰਦਾ ਹੋਊਗਾ ਤਾਂ 25% ਕਮਾ ਲੈਂਦਾ ਹੋਊਗਾ। ਬਟ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਦੇ ਵਿੱਚ ਜਿਹਦੇ ਪੇਸ਼ੈਂਟ ਨੂੰ ਵੀ ਅਵੇਅਰ ਹੋਣਾ ਚਾਹੀਦਾ ਕਿ ਰੋਜ਼ ਜੋ ਸਰਕਾਰ ਦੱਸਦੀ ਹੈ ਉਹਦਾ ਉਹਨਾਂ ਬਿੱਲ ਜੇ ਉਹ ਤੋਂ ਵੱਧ ਬਿੱਲ ਬਣ ਰਿਹਾ ਤੇ ਉਹ ਉਸੇ ਵੇਲੇ ਉੱਥੇ ਗੱਲ ਕਰੇ, ਉਹ ਉੱਥੇ ਹੀ ਡਿਸਕਸ ਕਰੇ, ਉੱਥੇ ਗਵਰਨਮੈਂਟ ਦੀਆਂ ਗਾਈਡਲਾਈਨਸ ਦਿਖਾਏ। ਜੇ ਸਾਡੇ ਕੋਲ ਕਦੀ ਵੀ ਕੋਈ ਇਦਾਂ ਦਾ ਮਾਮਲਾ ਸਾਹਮਣੇ ਆਇਆ ਤੇ ਅਸੀਂ ਉਹਨੂੰ ਉੱਥੇ ਹੀ ਸੁਲਝਾਇਆ। ਕਈ ਵਾਰੀ ਪੇਸ਼ੈਂਟ ਜਿਹੜਾ ਹੈਗਾ ਉਹ ਕਈ ਵਾਰੀ ਗੱਲ ਨਹੀਂ ਸਮਝ ਰਿਹਾ ਹੁੰਦਾ, ਉਹਨੂੰ ਕਈ ਵਾਰੀ ਇਹ ਲੱਗ ਰਿਹਾ ਹੁੰਦਾ ਕਿ ਜਿਹੜੀ ਗਵਰਨਮੈਂਟ ਦੇ ਵੀ ਜਿਹੜੇ ਮਹਿੰਗੇ ਟੀਕੇ ਹੈਗੇ ਨੇ ਜਿੱਦਾਂ ਰੈਮਡੇਸਿਵਿਰ ਜਾਂ ਟੌਕਸੀ ਇਹ ਜਿਹੜੇ ਹੈਗੇ ਨੇ ਜਾਂ ਕੋਈ ਹਾਇਰ ਐਂਟੀਬਾਇਓਟਿਕ ਉਹ ਪੈਕੇਜ 'ਚੋਂ ਬਾਹਰ ਨੇ। ਕਈ ਵਾਰੀ ਪੇਸ਼ੈਂਟ ਇੰਨੀ ਗੰਭੀਰ ਹਾਲਾਤ 'ਚ ਆਉਂਦਾ ਹੈ ਕਿ ਉਹਨੂੰ ਉਹ ਮੈਡੀਸਨ ਹੀ ਬੜੀ ਹੈਵੀ ਕਾਸਟ ਦੀ ਲੱਗਦੀ ਹੈ। ਠੀਕ ਹੈ ਦਈਏ ਸਾਹਿਬ ਮੈਂ ਇੱਕ ਗੱਲ ਹੋਰ ਸਮਝਣਾ ਚਾਹੁੰਦਾ। ਅਸੀਂ ਸੈਟਅਪ ਦੀ ਗੱਲ ਕੀਤੀ ਹੈ, ਸਰਕਾਰੀ ਢਾਂਚੇ ਦੀ ਗੱਲ ਕੀਤੀ ਹੈ। ਇਸ ਤੋਂ ਪਹਿਲਾਂ ਜਿਹੜਾ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਨੇ ਉਹਨੂੰ ਦੂਰ ਕਰਨਾ ਵੀ IMA ਜਾਂ ICMR ਵਰਗੀਆਂ ਸੰਸਥਾਵਾਂ ਦਾ ਕੰਮ ਹੈਗਾ। ICMR ਕਹਿੰਦੀ ਹੈ ਕਿ ਤੁਸੀਂ ਆ ਪਹਿਲੀ ਡੋਜ਼ ਵੈਕਸੀਨ ਦੀ ਲਗਵਾ ਲਈ ਹੈ, ਇਹ ਫਿਰ ਤੁਸੀਂ 3 ਹਫ਼ਤੇ ਬਾਅਦ ਲਵਾਉਣੀ ਹੈ। ਫਿਰ ਨਵਾਂ ਹੀ ਆ ਜਾਂਦਾ ਫਰਮਾਨ, ਨਹੀਂ ਤੁਸੀਂ 6 ਹਫ਼ਤਿਆਂ ਬਾਅਦ ਲਵਾਉਣੀ ਹੈ, ਫਿਰ ਤੁਸੀਂ ਲਵਾਉਣੀ ਹੈ 6 ਮਹੀਨਿਆਂ ਦੇ ਵਿੱਚ ਵੀ ਲਵਾ ਸਕਦੇ ਹੋ। ਜਾਂ ਤਾਂ ਵੈਕਸੀਨ ਸਾਡੇ ਕੋਲ ਉਪਲਬਧ ਨਹੀਂ ਹੈ ਤਾਂ ਕਰਕੇ ਇਹ ਸਾਰਾ ਕੁਝ ਬਹਾਨੇਬਾਜ਼ੀ ਕੀਤੀ ਜਾਂਦੀ ਹੈ, ਜਾਂ ਫਿਰ ਇਹ ਇਦਾਂ ਕਨਫਿਊਜ਼ਨ ਸਿਚੁਏਸ਼ਨ ਕਨਫਿਊਜ਼ ਕਿਉਂ ਕੀਤਾ ਜਾਂਦਾ ਲੋਕਾਂ ਨੂੰ? ਸਰ ਮੈਂ ਤੁਹਾਨੂੰ ਹਰਪ੍ਰੀਤ ਜੀ ਗੱਲ ਦੱਸਣੀ ਚਾਹੁੰਦਾ ਕਿ ਜਿਹੜੀ ਸਾਡੇ ਲਈ ਇੱਕ ਬਹੁਤ ਮੰਦਭਾਗੀ ਗੱਲ ਹੋਈ ਉਹ ਇਹ ਸੀਗੀ ਕਿ ਜਦੋਂ ਸਾਨੂੰ ਸੋਸ਼ਲ ਡਿਸਟੈਂਸਿੰਗ, ਮਾਸਕ ਔਰ ਜਿਹੜਾ ਸੈਨੀਟਾਈਜ਼ ਸੀਗਾ ਇਹ ਸਾਡੀ ਸੈਂਟਰਲ ਗਵਰਨਮੈਂਟ ਨੇ ਪ੍ਰੈਸ਼ਰਾਈਜ਼ ਕੀਤਾ, ਹਰ ਸਟੇਟ ਗਵਰਨਮੈਂਟ ਨੇ ਉਹਨੂੰ ਫੋਲੋ ਕੀਤਾ। ਅਸੀਂ ਐਜ਼ ਆ ਡਾਕਟਰਸ ਕੱਲੇ ਬੰਦੇ ਨੂੰ ਇੱਕੋ ਹੀ ਗੱਲ ਸਮਝਾਈ ਵੀ ਦੂਰੀ ਬਣਾ ਕੇ ਰੱਖੋ, ਸੈਨੀਟਾਈਜ਼ ਕਰੋ, ਮਾਸਕ ਪਾਓ। ਲੇਕਿਨ ਸਾਡੇ ਲੀਡਰਾਂ ਨੇ ਸਾਡੇ ਜਿਹੜੇ ਸਾਡੇ ਧਾਰਮਿਕ ਜਿਹੜੇ ਪ੍ਰੋਗਰਾਮ ਹੋਏ ਮੁਲਕ ਦੇ ਵਿੱਚ, ਜਿਹੜੇ ਹੋਰ ਪ੍ਰੋਗਰਾਮ ਹੋਏ ਉਹਨਾਂ ਦੇ ਵਿੱਚ ਕੀ ਹੋਇਆ
ਕਿ ਇਹ ਸਾਰੀਆਂ ਚੀਜ਼ਾਂ ਇੱਕ ਛਿੱਕੇ ਟੰਗਤੀਆਂ ਔਰ ਸਾਡੀ ਸੈਂਟਰ ਗਵਰਨਮੈਂਟ ਨੇ ਇਹ ਸ਼ੋਅ ਕੀਤਾ ਕਿ ਜਿੱਦਾਂ ਅਸੀਂ ਕਰੋਨਾ ਦੇ ਜਿੱਤ ਪਾ ਲਈ ਹੈ। ਉਹਦੇ ਤੋਂ ਲੋਕ ਅਵੇਸਲੇ ਹੋ ਗਏ, ਜਿਹਦੇ ਨਾਲ ਇਹ ਦੂਜੀ ਲੇਅਰ ਜਿਹੜੀ ਵੇਵ ਆਈ ਇਹ ਬੜੀ ਸਟਰੋਂਗ ਆਈ। ਹਾਲਾਂਕਿ ਸਾਨੂੰ ਆਕਸੀਜਨ ਦੇ ਪ੍ਰਬੰਧ, ਸਾਨੂੰ ਬੈੱਡਾਂ ਦੇ ਪ੍ਰਬੰਧ ਕਰਨੇ ਚਾਹੀਦੇ ਸੀ ਦੂਜੀਆਂ ਕੰਟਰੀਜ਼ ਨੂੰ ਦੇਖਦੇ ਹੋਏ ਜਿੱਥੇ ਸੈਕੰਡ ਲੇਅਰ ਸੀਗੀ। ਇਹਦੇ ਬਾਅਦ ਜਿਹੜੀ ਸਭ ਤੋਂ ਮਾੜੀ ਗੱਲ ਹੋਈ ਉਹ ਇਹ ਸੀਗੀ ਕਿ 31 ਮਾਰਚ ਨੂੰ ਸ਼ਾਮ ਨੂੰ ਜਿਹੜੇ ਪ੍ਰਾਈਵੇਟ ਹਸਪਤਾਲ ਵੈਕਸੀਨ ਲਾ ਰਹੇ ਸੀ, ਜਿਹੜਾ ਵੈਕਸੀਨ ਸੀਗਾ ਸੈਂਟਰ ਗਵਰਨਮੈਂਟ ਜਿਹੜੀ ਹੈ ਉਹ ਸਾਨੂੰ 150 ਰੁਪਏ ਦਾ ਦਿੰਦੀ ਸੀ ਔਰ ਅਸੀਂ 250 ਰੁਪਏ ਦਾ ਪੇਸ਼ੈਂਟ ਨੂੰ ਲਾਉਂਦੇ ਸੀ। ਇੱਕ ਵੈਕਸੀਨੇਸ਼ਨ ਸੈਂਟਰ ਚਲਾਉਣ ਲਈ 4 ਬੰਦਿਆਂ ਦੀ ਟੀਮ ਚਾਹੀਦੀ ਸੀ, ਜਿਹੜੀ ਇੱਕ ਹਸਪਤਾਲ 'ਚ ਦਿਨ ਤੇ ਵੱਧ ਤੋਂ ਵੱਧ 60-70 ਟੀਕੇ ਲਾਉਂਦੀ ਸੀ। ਉਹ ਜਿਹੜੇ ਓਵਰਹੈਡ ਐਕਸਪੈਂਸਿਸ ਸੀਗੇ ਅਸੀਂ ਫ੍ਰੀ ਆਫ ਕਾਸਟ ਲਾਏ, ਪਰ 31 ਤਰੀਕ ਨੂੰ ਸਡਨਲੀ ਸੈਂਟਰ ਗਵਰਨਮੈਂਟ ਨੇ ਸਾਡੇ ਪੋਰਟਲ ਬੰਦ ਕਰਤੇ। ਜਿਹੜੀਆਂ ਸਾਡੇ ਕੋਲ ਡੋਜ਼ਸ ਪਈਆਂ ਸੀ ਉਹ ਵਾਪਸ ਮੰਗਾ ਲਈਆਂ ਔਰ ਉਹਦੇ ਬਾਅਦ ਕਦੀ ਸਾਨੂੰ ਇਹ ਡੋਜ਼ ਨਹੀਂ ਦਿੱਤੀ। ਜਦੋਂ ਕਿ ਗੱਲ ਕਰਦੀ ਹੈ ਕਈ ਵਾਰੀ ਇਹ ਸਾਡੇ ਵਨ ਨੇਸ਼ਨ ਦੀ ਗੱਲ ਹੁੰਦੀ ਹੈ, ਤੇ ਇਹ ਜਿਹੜੇ ਅਸੀਂ ਆਪਣੇ ਪ੍ਰਾਈਵੇਟ ਤੌਰ ਤੇ ਆਪਣੇ ਮਰੀਜ਼ਾਂ ਦੇ ਲਈ ਕਈ ਕੰਪਨੀਆਂ ਨੂੰ ਮੇਲ ਪਾਈ ਕਿ ਸਾਨੂੰ ਵੈਕਸੀਨ ਦਿਓ, ਅਸੀਂ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਹੈ। ਪਬਲਿਕ ਪੈਸੇ ਖਰਚ ਕੇ ਵੈਕਸੀਨ ਲਵਾਉਣ ਨੂੰ ਤਿਆਰ ਹੈ, ਪਰ ਉਹ ਕੰਪਨੀਆਂ ਕਹਿੰਦੀਆਂ ਕਿ ਅਸੀਂ ਇਹ ਦੇਵਾਂਗੇ ਤੇ ਭਾਰਤ ਸਰਕਾਰ ਦੇ ਥਰੂ ਹੀ ਦੇਵਾਂਗੇ, ਅਸੀਂ ਤੁਹਾਨੂੰ ਸਿੱਧੀ ਜਿਹੜੀ ਵੈਕਸੀਨ ਨਹੀਂ ਦੇ ਸਕਦੇ। ਦਈਏ ਸਾਹਿਬ, ਮੈਂ ਇੱਕ ਗੱਲ ਹੋਰ ਸਮਝਣਾ ਚਾਹੁੰਦਾ, ਬਤੌਰ ਡਾਕਟਰ ਵੀ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ, ਪੰਜਾਬ ਦੇ ਵਿੱਚ ਡੈਥ ਰੇਟ ਇੰਨਾ ਵੱਧ ਕਿਉਂ ਆ ਔਰ ਇਹ ਲਗਾਤਾਰ ਉਸੇ ਤਰ੍ਹਾਂ ਦੇ ਨਾਲ ਸਟੇਬਲ ਹੈਗਾ, ਘਟਦਾ ਵੀ ਨਹੀਂ ਨਜ਼ਰ ਆ ਰਿਹਾ ਕਿਤੇ। ਕੌਮੀ ਦਰ ਜਦੋਂ ਅਸੀਂ ਡੈਥ ਰੇਟ ਦੇਖਦੇ ਹਾਂ ਉਤੋਂ ਵੀ ਲਗਭਗ ਦੁੱਗਣੇ ਤੋਂ ਵੀ ਵੱਧ ਹੈ, ਬੜੀਆਂ ਥਾਵਾਂ ਤੇ ਦੁੱਗਣੇ ਤੋਂ ਵੀ ਵੱਧ ਨਜ਼ਰ ਆਇਆ। ਇਹ ਇੱਕ ਕਾਰਨ ਤੁਹਾਨੂੰ ਵੱਡਾ ਕੀ ਨਜ਼ਰ ਆਉਂਦਾ ਕਿ ਪੰਜਾਬ ਦੇ ਵਿੱਚ ਇੰਨਾ ਵੱਡਾ ਡੈਥ ਰੇਟ ਕਿਉਂ ਹੈ? ਸਰ, ਜਿਹੜਾ ਪੰਜਾਬ ਦਾ ਡੈਥ ਰੇਟ ਹੈ ਇਹਦੇ ਮੈਨੂੰ ਜੋ ਨਜ਼ਰ ਆਉਂਦੇ ਨੇ 2 ਰੀਜ਼ਨ ਹੋ ਸਕਦੇ ਨੇ। ਇੱਕ ਤਾਂ ਜਿਹੜਾ ਪੰਜਾਬ ਹੈ ਇਹ ਵੈਲ ਕਨੈਕਟਡ ਸਟੇਟ ਹੈ, ਇਹਦੇ ਵਿੱਚ ਕੋਈ ਟਰਾਈਬਲ ਏਰੀਆਜ਼ ਜਾਂ ਕੋਈ ਡਿਸਟੈਂਟ ਜਾਂ ਕੋਈ ਦੂਰ ਦਰਾਜੇ ਦੇ ਏਰੀਏ ਨਹੀਂ ਹੈਗੇ। ਸਾਡੀ ਜਿਹੜੀ ਰਿਪੋਰਟਿੰਗ ਹੈ ਉਹ 100% ਸੱਚ ਹੈ, ਜਿਹੜੀ ਕਿ ਤੁਸੀਂ ਜਦੋਂ ਵੱਡੀਆਂ ਸਟੇਟਸ ਦੇ ਨਾਲ ਕੰਪੇਅਰ ਕਰੋਗੇ ਉਹਨਾਂ ਦੀ ਜਿਹੜੀ ਰਿਪੋਰਟਿੰਗ ਹੈ, ਜਦੋਂ ਅਸੀਂ ਆਪਣੇ ਕਲੀਗਸ ਨਾਲ ਗੱਲ ਕਰਦੇ ਹਾਂ ਉਹਨਾਂ ਦੀ ਰਿਪੋਰਟਿੰਗ ਜਿਹੜੀ ਹੈ ਉਹ ਉਨੀ ਸਟਰੋਂਗ ਨਹੀਂ ਹੈਗੀ। ਇਹਦੇ ਤੋਂ ਬਿਨਾਂ ਦੂਜਾ ਸਾਡੇ ਕਾਰਨ ਹੈਗਾ ਕਿ ਜਿਹੜਾ ਪੰਜਾਬੀ ਹੈ ਇਹਦਾ ਜਿਹੜਾ ਜੇ ਤੁਸੀਂ ਗੱਲ ਕਰੋਗੇ ਡਾਇਬਟੀਜ਼ ਔਰ ਹਾਰਟ ਦੀ ਡਿਜ਼ੀਜ਼ ਦੇ ਵਿੱਚ ਵੀ ਜਿਹੜਾ ਪੰਜਾਬ ਦਾ ਡੈਥ ਰੇਟ ਹੈ ਉਹ ਬਹੁਤ ਜ਼ਿਆਦਾ ਹੈ, ਕਿਉਂਕਿ ਸਾਡੇ ਖਾਣ ਪੀਣ ਔਰ ਜੋ ਸਾਡੀ ਇੱਥੇ ਦੇ ਲਾਈਫ ਸਟਾਈਲ ਹੈ ਇਹ ਥੋੜ੍ਹਾ ਜਿਹਾ ਡਿਫਰੈਂਟ ਹੈ। ਸਾਡੇ ਕੋਮੋਰਬਿਡਿਟੀਜ਼ ਜਿਹੜੀਆਂ ਉਹ ਜ਼ਿਆਦੀਆਂ ਹੈ, ਇਹ ਵੀ ਇੱਕ ਰੀਜ਼ਨ ਹੋ ਸਕਦਾ ਹੈ। ਤੀਜਾ ਰੀਜ਼ਨ ਜਿਹੜਾ ਸਾਨੂੰ ਕਈ ਵਾਰੀ ਲੱਗਦਾ ਹੈ ਉਹ ਇਹ ਹੈ ਕਿ ਸਾਡੇ ਬਹੁਤ ਸਾਰੇ ਪੇਸ਼ੈਂਟ ਕਈ ਵਾਰੀ ਬਹੁਤ ਲੇਟ ਸਟੇਜ ਦੇ ਵਿੱਚ ਰਿਪੋਰਟ ਕਰਦੇ ਆ, ਸਪੈਸ਼ਲੀ ਇਹ ਸੈਕੰਡ ਵੇਵ ਦੇ ਵਿੱਚ ਜਿਹੜਾ ਰੂਰਲ ਪੇਸ਼ੈਂਟ ਹੈ, ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਕਿ ਉਹਦੇ ਮਨ ਦੇ ਵਿੱਚ ਇੱਕ ਧਾਰਨਾ ਹੈ ਕਿ ਮਰੀਜ਼ ਜਿਹੜੇ ਆ ਉਹਨਾਂ ਤੇ ਬਹੁਤ ਖਰਚਾ ਆਉਂਦਾ ਹੈ, ਉਹ ਵਿਚਾਰਾ ਆਪਣੇ ਪਹਿਲਾਂ ਔੜ ਪੌੜ ਕਰਦਾ ਰਹਿੰਦਾ ਹੈ, ਉਹਦੇ ਬਾਅਦ ਜਦੋਂ ਉਹ ਹਸਪਤਾਲ ਦੇ ਵਿੱਚ ਪਹੁੰਚਦਾ ਹੈ ਉਦੋਂ ਦੀ ਹਾਲਤ ਬਹੁਤ ਗੰਭੀਰ ਹੁੰਦੀ ਹੈ। ਅਸੀਂ ਜਿੰਨੇ ਵੀ ਪੇਸ਼ੈਂਟ ਹਸਪੀਟਲ ਦੇ ਵਿੱਚ ਆਉਂਦੇ ਦੇਖੇ ਆ, ਜਿਹੜੇ ਸ਼ਹਿਰਾਂ ਦੇ ਪੇਸ਼ੈਂਟ ਹੈ, ਜਿਹੜੇ ਵੈਲ ਐਜੂਕੇਟਡ ਹੈ, ਜਿਹੜੇ ਅਫੋਰਡਿੰਗ ਪੇਸ਼ੈਂਟ ਹੈ, ਉਹ ਬੜੀ ਇਨੀਸ਼ੀਅਲ ਸਟੇਜ ਤੇ ਆ ਜਾਂਦੇ ਆ। ਜਿਹੜਾ ਪੂਅਰ ਪੇਸ਼ੈਂਟ ਹੈ, ਜਿਹੜਾ ਅਨਅਵੇਅਰ ਹੈ, ਜਿਹੜਾ ਥੋੜਾ ਲੈਕ ਆਫ ਐਜੂਕੇਸ਼ਨ ਰੱਖਦਾ ਹੈ, ਜਿਹੜਾ ਥੋੜਾ ਵਹਿਮਾਂ ਭਰਮਾਂ ਦੇ ਵਿੱਚ ਪੈਂਦਾ ਹੈ, ਉਹ ਲੇਟ ਆਉਂਦਾ ਹੈ। ਉਹਦੀ ਲੇਟ ਰਿਪੋਰਟਿੰਗ ਵੀ ਡੈਥ ਦਾ ਇੱਕ ਕਾਰਨ ਹੋ ਸਕਦਾ ਹੈ। ਸੋ ਮੇਰੇ ਲਿਹਾਜ਼ ਦੇ ਨਾਲ ਸਾਡੇ 3 ਮੇਜਰ ਪਰ ਮੈਨੂੰ ਲੱਗਦਾ ਇਹਦੇ ਲਈ ਵੀ ਸਰਕਾਰ ਨੂੰ ਜਾਗਰੂਕਤਾ ਫੈਲਾਉਣੀ ਪਏਗੀ। ਇਸ ਲਈ ਵੀ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਮੈਂ ਦੂਜਾ ਸਵਾਲ ਵੀ ਮੇਰਾ ਪਿੰਡਾਂ ਦੇ ਨਾਲ ਹੀ ਜੁੜਦਾ ਦਈਆ ਸਾਹਿਬ, ਪਿੰਡਾਂ ਦੇ ਵਿੱਚ ਤੁਹਾਨੂੰ ਜਿਹੜੀ ਰਿਪੋਰਟਿੰਗ ਹੋ ਰਹੀ ਹੈ ਕਿੰਨੇ ਕੁ ਵਾਕਈ ਹਾਲਾਤ ਪਿੰਡਾਂ ਦੇ ਵਿੱਚ ਹੁਣ ਦਿਨ ਬ ਦਿਨ ਮਾੜੇ ਹੁੰਦੇ ਜਾ ਰਹੇ ਨੇ? ਬੜੀਆਂ ਥਾਵਾਂ ਤੇ ਤਾਂ ਸਾਨੂੰ ਇਹ ਵੀ ਪਤਾ ਲੱਗਿਆ ਕਿ ਡੈਥ ਜਿਹੜੀ ਹੈ ਉਹ ਕਾਊਂਟ ਹੀ ਨਹੀਂ ਹੋ ਰਹੀ ਕਰੋਨਾ ਦੇ ਵਿੱਚ। ਕੋਈ ਕਹਿ ਦਿੰਦਾ ਇਹਦਾ ਹਾਈ ਬਲੱਡ ਪ੍ਰੈਸ਼ਰ ਸੀ ਤਾਂ ਇਹਦੀ ਡੈਥ ਹੋ ਗਈ, ਕੋਈ ਕਹਿੰਦਾ ਇਹ ਸ਼ੂਗਰ ਕਰਕੇ ਮਰ ਗਿਆ ਜੀ, ਕੋਈ ਕਹਿੰਦਾ ਹਾਰਟ ਫੇਲੀਅਰ ਕਰਕੇ ਮਰ ਗਿਆ, ਜਦਕਿ ਜਦੋਂ ਉਹਦਾ ਨਤੀਜੇ ਤੁਸੀਂ ਦੇਖੋਗੇ ਤਾਂ ਇਹ ਨਜ਼ਰ ਆਉਂਦੇ ਨੇ ਕਿ ਜ਼ਿਆਦਾਤਰ ਮੌਤਾਂ ਕਰੋਨਾ ਕਰਕੇ ਹੋ ਰਹੀਆਂ ਨੇ, ਪਰ ਡੈਥ ਰਿਕਾਰਡ ਕਰੋਨਾ ਕਰਕੇ ਨਹੀਂ ਹੋ ਪਾ ਰਹੀ। ਸਰ ਹਰਪ੍ਰੀਤ ਜੀ, ਮੈਂ ਤੁਹਾਡੀ ਗੱਲ ਦੇ ਨਾਲ ਇੱਕ ਇਤਫਾਕ ਰੱਖਦਾ। ਮੈਂ ਜਦੋਂ ਰੂਰਲ ਸੈਕਟਰ 'ਚ ਆਪਣੇ ਕਈ ਰਿਸ਼ਤੇਦਾਰਾਂ ਨਾਲ ਜਾਂ ਆਪਣੇ ਦੋਸਤਾਂ ਨਾਲ ਗੱਲ ਹੁੰਦੀ ਹੈ, ਇੱਕ ਪਿੰਡ ਦੇ ਵਿੱਚ ਜਿਹੜਾ ਔਸਤਨ ਸੰਸਕਾਰ ਜਿਹੜੀ ਕ੍ਰਿਮੇਸ਼ਨ ਗਰਾਊਂਡ ਦੀ ਜਿਹੜੀ ਹੈਗੀ ਹੈ ਸੰਸਕਾਰ ਕਿਰਿਆ ਉਹ ਅੱਗੇ ਨਾਲੋਂ ਵੱਧ ਗਈ ਹੈ। ਬਟ ਜੇ ਉਹਨਾਂ ਨਾਲ ਗੱਲ ਕਰੀਏ ਤੇ ਉਹ ਇਹੀ ਗੱਲ ਕਹਿੰਦੇ ਆ, ਮਾਤਾ ਨੂੰ ਥੋੜੀ ਜਿਹੀ ਖੰਘ ਹੋਈ ਸੀ ਜੀ, ਬਸ ਸਾਹ ਜਿਹਾ ਰੁਕਿਆ, ਨਾ ਉਹਨਾਂ ਨੇ ਟੈਸਟ ਕਰਾਇਆ ਨਾ ਰਿਪੋਰਟਿੰਗ ਹੋਈ। ਸੋ ਇੱਕ ਆਪਾਂ ਬਹੁਤ ਜ਼ਿਆਦਾ ਠੋਸ ਤਾਂ ਨਹੀਂ ਹਜੇ ਕਹਿ ਸਕਦੇ, ਬਟ ਬੜੀ ਸੁਪਰਫਿਸ਼ੀਅਲੀ ਜੇ ਆਪਾਂ ਦੇਖੀਏ ਤੇ ਇਹ ਇੱਕ ਫੈਕਟਰ ਹੈਗਾ ਕਿ ਸਾਡੇ ਪਿੰਡਾਂ ਦੇ ਵਿੱਚ ਮੌਤ ਦਰ ਵਧੀ ਹੋਈ ਹੈ, ਬਟ ਉਹ ਜਿਹੜੇ ਪੇਸ਼ੈਂਟ ਹੈ ਟ੍ਰੀਟਮੈਂਟ ਲਈ ਜਾਂ ਰਿਪੋਰਟਿੰਗ ਲਈ ਅੱਗੇ ਨਹੀਂ ਆ ਰਹੇ। ਦਈਆ ਸਾਹਿਬ, ਇੱਕ ਸਵਾਲ ਮੇਰਾ ਹੋਰ ਵੀ ਹੈ। ਪਿੰਡਾਂ ਦੇ ਲੋਕਾਂ ਦੇ ਵਿੱਚ ਖਾਸ ਤੌਰ ਤੇ ਇੱਕ ਧਾਰਨਾ ਬਣੀ ਹੋਈ ਹੈ ਕਿ ਜੇ ਅਸੀਂ ਹਸਪਤਾਲ ਗਏ ਅਸੀਂ ਮੁੜਦੇ ਨਹੀਂ। ਖਾਸ ਤੌਰ ਤੇ ਰਜਿੰਦਰਾ ਹਸਪਤਾਲ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਜਿੱਥੇ ਡੈਥ ਰੇਟ ਬਹੁਤ ਵੱਧ ਹੈ। ਬੜੇ ਸਾਰੇ ਲੋਕ ਇਸੇ ਕਰਕੇ ਆਪਣਾ ਟੈਸਟ ਨਹੀਂ ਕਰਾਉਂਦੇ ਕਿ ਜੇ ਅਸੀਂ ਪੋਜ਼ਿਟਿਵ ਆ ਗਏ ਸਾਨੂੰ ਹਸਪਤਾਲ ਲੈ ਜਾਣਗੇ,
ਇਦਾਂ ਅਸੀਂ ਭਾਵੇਂ ਬਚ ਜੇ ਹਸਪਤਾਲ ਗਏ ਅਸੀਂ ਵਾਪਸ ਨਹੀਂ ਮੁੜਦੇ, ਇਹ ਧਾਰਨਾ ਕਿਵੇਂ ਖਤਮ ਹੋ ਸਕਦੀ ਹੈ? ਸਰ ਬੇਸਿਕਲੀ ਜਿਹੜੀ ਗਵਰਨਮੈਂਟ ਹੈ ਇਹਨੂੰ ਇਹਦੀ ਅਵੇਅਰਨੈਸ ਫੈਲਾਉਣੀ ਚਾਹੀਦੀ ਹੈ। ਜਿਹੜੇ ਪੇਸ਼ੈਂਟ ਰੋਜ਼ ਕਰੋਨਾ ਤੋਂ ਮੁਕਤ ਹੋ ਕੇ ਹਸਪਤਾਲਾਂ ਤੋਂ ਛੁੱਟੀ ਲੈ ਕੇ ਘਰੇ ਜਾਂਦੇ ਆ, ਉਹਨਾਂ ਦੇ ਬਾਰੇ ਮੀਡੀਆ ਦੇ ਵਿੱਚ ਉਹਨਾਂ ਦੇ ਰੋਜ਼ ਦੇ ਆંકੜੇ ਸਾਨੂੰ ਦੱਸਣੇ ਚਾਹੀਦੇ ਆ, ਤਾਂ ਜੋ ਲੋਕਾਂ ਨੂੰ ਇਸ ਗੱਲ ਦੀ ਅਵੇਅਰਨੈਸ ਹੋ ਸਕੇ ਕਿ ਜਿਹੜਾ ਮਤਲਬ ਪੇਸ਼ੈਂਟ ਹੈ ਉਹ ਕੱਲਾ ਉੱਥੋਂ ਹਸਪੀਟਲ ਦੇ ਵਿੱਚੋਂ ਕਈ ਵਾਰੀ ਉਹਦੀ ਜਿਹੜੀ ਜਾਨ ਹੈ ਉਹ ਜਿਹੜੇ ਬਚ ਕੇ ਵੀ ਔਰ ਰੋਜ਼ ਜਿਹੜੇ ਠੀਕ ਹੋ ਕੇ ਆ ਰਹੇ ਆ, ਉਹਨਾਂ ਦੀਆਂ ਟੀਵੀਜ਼ ਦੇ ਚੈਨਲਸ ਦੇ ਉੱਤੇ, ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਜਿਹੜੇ ਮੈਸੇजेस ਆ ਉਹ ਵਾਇਰਲ ਕਰਨੇ ਚਾਹੀਦੇ ਆ। ਉਹਨਾਂ ਦੇ ਬਾਰੇ ਦੱਸਣਾ ਚਾਹੀਦਾ, ਪੇਸ਼ੈਂਟ ਨੂੰ ਅਵੇਅਰਨੈਸ ਦੇਣੀ ਚਾਹੀਦੀ ਹੈ ਕਿ ਮੈਂ ਫਲਾਣੇ ਹਸਪਤਾਲ ਚੋਂ ਠੀਕ ਹੋ ਕੇ ਆਇਆ, ਮੈਂ ਰਜਿੰਦਰਾ ਹਸਪਤਾਲ ਤੋਂ ਠੀਕ ਹੋ ਕੇ ਆਇਆ, ਮੈਂ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਠੀਕ ਹੋ ਕੇ ਆਇਆ, ਮੈਂ ਸਿਵਲ ਹਸਪਤਾਲ ਤੋਂ, ਮੈਂ ਕਿਸੇ ਪ੍ਰਾਈਵੇਟ ਹਸਪਤਾਲ ਤੋਂ ਠੀਕ ਹੋ ਕੇ ਆਇਆ। ਤੇ ਉਹਦੇ ਨਾਲ ਜਿਹੜੀ ਹੈਗੀ ਹੈ ਅਵੇਅਰਨੈਸ ਲੋਕਾਂ 'ਚ ਵਧੇਗੀ, ਕਿਉਂਕਿ ਜਿਹੜੀ ਨੈਗੇਟਿਵ ਖਬਰ ਹੈ ਉਹ ਅੱਗ ਵਾਂਗ ਫੈਲਦੀ ਹੈ ਤੇ ਜਿਹੜੀ ਪੋਜ਼ਿਟਿਵ ਖਬਰ ਹੁੰਦੀ ਹੈ ਉਹਨੂੰ ਫੈਲਾਉਣ ਲਈ ਬੜਾ ਕਈ ਵਾਰੀ ਜਦੋਜਹਿਦ ਕਰਨੀ ਪੈਂਦੀ ਹੈ। ਦਈਆ ਸਾਹਿਬ ਇੱਕ ਹੋਰ ਗੱਲ, ਜਿਹੜੀ ਥਰਡ ਵੇਵ ਦੀ ਗੱਲ ਕੀਤੀ ਜਾ ਰਹੀ ਹੈ ਕਿ ਤੀਜੀ ਵੇਵ ਆਏਗੀ ਜੀ, ਉਹ ਬੱਚਿਆਂ ਲਈ ਵੀ ਖਤਰਨਾਕ ਹੋ ਸਕਦੀ ਹੈ, ਉਹਦਾ ਕੋਈ ਟਾਈਮ ਸਿਨੈਰੀਓ ਕੁਝ ਕਹਿ ਸਕਦੇ ਹਾਂ ਅਸੀਂ? ਜਾਂ ਇਹ ਸੈਕੰਡ ਵੇਵ ਹੈ, ਕਦੋਂ ਥੋੜੀ ਜਿਹੀ ਹਲਕੀ ਪਏਗੀ, ਥਰਡ ਵੇਵ ਕਦੋਂ ਆ ਸਕਦੀ ਹੈ, ਇਸ ਬਾਰੇ ਕੋਈ ਪ੍ਰੈਡਿਕਸ਼ਨ ਹੈਗੀ ਕਿਸੇ ਤਰ੍ਹਾਂ ਦੀ? ਸਰ ਇਹ ਟੋਟਲੀ ਨਵੀਂ ਬਿਮਾਰੀ ਹੈ, ਤਦੇ ਦਾ ਨਾਂ ਕੋਵਿਡ ਰੱਖਿਆ ਗਿਆ ਹੈ, ਸਮਥਿੰਗ ਨਿਊ ਹੈ ਜਿਹੜਾ ਸੋਸਾਇਟੀ ਲਈ। ਅਸੀਂ ਅੱਜ ਇਹ ਗੱਲ ਨਹੀਂ ਕਹਿ ਸਕਦੇ ਕਿ ਥਰਡ ਵੇਵ ਆਊਗੀ ਜਾਂ ਨਹੀਂ ਆਊਗੀ। ਅੱਜ ਅਸੀਂ ਇਹ ਗੱਲ ਨਹੀਂ ਕਹਿ ਸਕਦੇ ਕਿ ਥਰਡ ਵੇਵ ਹੋਊਗੀ ਤਾਂ ਕਿੰਨੀ ਗੰਭੀਰ ਹੋਊਗੀ, ਕਿ ਅਸੀਂ ਉਹ ਬੱਚਿਆਂ ਦੇ ਹੀ ਹੋਊਗੀ। ਇਹ ਇੱਕ ਸਟੈਟਿਸਟੀਕਲ ਕਿਆਸ ਰਾਈਆਂ ਹੈ ਜਿਹੜੀ ਵਾਇਰਸ ਦੇ ਮਿਊਟੇਸ਼ਨ ਹੈ ਉਹਨੂੰ ਦੇਖਦੇ ਹੋਏ ਜੋ ਸਾਇੰਸਦਾਨ ਲਾ ਰਹੇ ਨੇ। ਮੈਂ ਤਾਂ ਅੱਜ ਵੀ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਕਿ ਇਹ ਨਾ ਸਮਝੋ ਕਰੋਨਾ ਨਹੀਂ ਹੈਗਾ, ਜਿੱਦਾਂ ਸਾਡੇ ਕਈ ਵੀਰ ਸਮਝਦੇ ਆ ਵੀ ਇਹ ਕੋਈ ਬਿਮਾਰੀ ਨਹੀਂ ਹੈਗੀ। ਆਪਣਾ ਮਾਸਕ ਪਾ ਕੇ ਰੱਖੋ, 6 ਫੁੱਟ ਦੀ ਦੂਰੀ ਬਣਾ ਕੇ ਰੱਖੋ, ਸੈਨੀਟਾਈਜ਼ ਕਰੋ, ਘਰੋਂ ਬਾਹਰ ਤਾਂ ਹੀ ਜਾਓ, ਪਬਲਿਕ 'ਚ ਤਾਂ ਹੀ ਜਾਓ ਜੇ ਬਹੁਤ ਜ਼ਿਆਦਾ ਲੋੜ ਹੈ, ਐਵੇਂ ਇੱਕ ਦੂਜੇ ਨੂੰ ਨਾ ਮਿਲੋ। ਇਹੀ ਇੱਕ ਬੈਸਟ ਤਰੀਕਾ ਹੈ। ਔਰ ਦੂਜੀ ਸਰਕਾਰ ਦੇ ਅੱਗੇ ਔਰ ਲੋਕਾਂ ਦੇ ਅੱਗੇ ਇਹ ਅਪੀਲ ਕਰੂੰਗਾ ਐਜ਼ ਅ ਪ੍ਰੋਫੈਸ਼ਨਲ ਕਿ ਜਿੱਦਾਂ ਹੀ ਵੈਕਸੀਨ ਤੁਹਾਨੂੰ ਅਵੇਲੇਬਲ ਹੁੰਦੀ ਹੈ, ਜਿੱਥੇ ਮਿਲਦੀ ਹੈ ਉੱਥੇ ਆਪਣੀ ਵੈਕਸੀਨ ਜ਼ਰੂਰ ਲਗਾਓ। ਵੈਕਸੀਨ ਦੀ ਜਿਹੜੀ ਬਹੁਤ ਜਿਹੜੇ ਕੋਈ ਗੰਭੀਰ ਮਰੀਜ਼ ਨੇ, ਜਿਹੜੇ ਬਹੁਤ ਸੀਰੀਅਸ ਹੈਗੇ, ਉਹ ਆਪਣੇ ਡਾਕਟਰ ਨਾਲ ਸਲਾਹ ਲੈ ਕੇ ਲਾਉਣ। ਜੇ ਕਿਸੇ ਨੂੰ ਨਹੀਂ ਕੋਈ ਮਾੜੀ ਮੋਟੀ ਬਿਮਾਰੀ ਨਹੀਂ ਹੈਗੀ ਜਾਂ ਥੋੜੀ ਬਹੁਤੀ ਕੋਈ ਖੰਘ ਖਾਂਸੀ ਵੀ ਹੈਗੀ ਹੈ, ਉਹ ਵੀ ਕਰੋਨਾ ਦਾ ਵੈਕਸੀਨ ਲਗਵਾ ਸਕਦਾ। ਇੱਕ ਅਹਿਮ ਸਵਾਲ ਦਈਆ ਸਾਹਿਬ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੁੰਦਾ, ਪ੍ਰਾਈਵੇਟ ਹਸਪੀਟਲਸ ਹੋਣ ਜਾਂ ਸਰਕਾਰੀ ਹਸਪਤਾਲ ਹੋਣ, ਚਲੋ ਇਹਨਾਂ ਨੇ ਤਾਂ ਜਿਹੜਾ ਕੰਮ ਕੀਤਾ, ਪਰ ਬੜੀਆਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਨ੍ਹਾਂ ਨੇ ਵੱਧ ਚੜ੍ਹ ਕੇ ਆਪਣਾ ਰੋਲ ਅਦਾ ਕੀਤਾ, ਜਿਨ੍ਹਾਂ ਵਿੱਚ ਤੁਸੀਂ ਮੈਨੂੰ ਲੱਗਦਾ ਹੈ ਜੇ ਮੈਂ ਗਲਤ ਨਹੀਂ ਹਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੁਸੀਂ ਐਪਰੀਸ਼ੀਏਸ਼ਨ ਦੀ ਲੈਟਰ ਵੀ ਲਿਖੀ ਸੀਗੀ। ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦਾ ਰੋਲ ਕਿੰਨਾ ਕੁ ਮਹੱਤਵਪੂਰਨ ਹੈ ਜਾਂ ਕਿੰਨਾ ਕੁ ਰੋਲ ਹੋਰ ਵਧਾਉਣਾ ਚਾਹੀਦਾ? ਸਰ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਮੈਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਰੋਲ ਦੀ ਤੁਹਾਡੇ ਨਾਲ ਗੱਲ ਕਰਾਂਗਾ, ਜਿੱਥੇ ਆਪਾਂ ਸੰਸਥਾਵਾਂ ਦੀ ਗੱਲ ਕਰਦੇ ਹਾਂ। ਪਟਲਾਵਾ ਜਿਹੜਾ ਪਿੰਡ ਸੀਗਾ ਜਿੱਥੇ ਸਭ ਤੋਂ ਪਹਿਲਾਂ ਕਰੋਨਾ ਹੋਇਆ ਸੀਗਾ, ਜਿੱਥੇ ਸਾਡੇ ਇੱਕ ਬਜ਼ੁਰਗ ਬਾਹਰ ਤੋਂ ਆਏ ਸੀਗੇ ਤੇ ਉਹ ਪਿੰਡ ਦੇ ਵਿੱਚ ਸੁੰਨ ਪੈ ਗਈ ਸੀ। ਉਸ ਪਿੰਡ ਦੇ ਆਲੇ ਦੁਆਲੇ ਦੇ 10 ਪਿੰਡਾਂ ਦੇ ਵਿੱਚ ਕੋਈ ਨਹੀਂ ਸੀਗਾ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਰੋਨਾ ਦੀ ਪਹਿਲੀ ਲਹਿਰ ਦੇ ਵਿੱਚ ਜਾ ਕੇ ਉੱਥੇ 15 ਦਿਨ ਦਾ ਫ੍ਰੀ ਮੈਡੀਕਲ ਕੈਂਪ ਲਾਇਆ। ਉਹਦੇ ਤੋਂ ਬਿਨਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਇੱਕ ਚੈਰੀਟੇਬਲ ਬੇਸਿਸ ਦੇ ਉੱਤੇ ਸਭ ਤੋਂ ਹਿੰਦੁਸਤਾਨ ਦਾ ਪਹਿਲਾ ਪ੍ਰਾਈਵੇਟ ਹਸਪੀਟਲ ਸਟੈਬਲਿਸ਼ ਕੀਤਾ, ਜਿਹਨੂੰ ਦੇਖ ਕੇ ਪ੍ਰਾਈਵੇਟ ਹਸਪਤਾਲਾਂ ਨੇ ਇਲਾਜ ਸ਼ੁਰੂ ਕੀਤਾ। ਇਹ ਅਪ੍ਰੈਲ 2020 ਦੇ ਵਿੱਚ ਅਸੀਂ ਸ਼ਾਹਕੋਟ ਏਰੀਆ ਦੇ ਵਿੱਚ ਕੀਤਾ, ਜੋ ਕਿ ਜਿਹੜੀ ਬਿਲਡਿੰਗ ਸੀ ਉਹ ਮੈਂ ਐਸੋਸੀਏਸ਼ਨ ਨੂੰ ਦਿੱਤੀ ਜੀ। ਇਹਦੇ ਬਾਅਦ ਮੈਂ ਜਿਹੜੀ ਤੁਸੀਂ ਗੱਲ SGPC ਦੀ ਕੀਤੀ, ਮੈਨੂੰ ਮੇਰੇ ਜੂਨੀਅਰ ਬੱਚੇ, ਸਾਡੀ ਮੈਡੀਕਲ ਐਸੋਸੀਏਸ਼ਨ ਦਾ ਇੱਕ ਵਿੰਗ ਹੈ ਜਿਹਨੂੰ ਅਸੀਂ ਜੂਨੀਅਰ ਡਾਇਰੈਕਟਰ ਨੈਟਵਰਕ ਕਹਿੰਦੇ ਹਾਂ ਔਰ ਮੈਡੀਕਲ ਸਟੂਡੈਂਟ ਨੈਟਵਰਕ ਕਹਿੰਦੇ ਹਾਂ। ਮੈਨੂੰ ਜਦੋਂ ਉਸ ਬੱਚਿਆਂ ਨੇ ਆ ਕੇ ਦੱਸਿਆ ਕਿ ਉਹ 5 ਦਿਨ ਆਲਮਗੀਰ ਸਾਹਿਬ ਗੁਰਦੁਆਰੇ ਰਹਿ ਕੇ ਆਏ, ਜਿੱਥੇ ਉਹਨਾਂ ਨੂੰ ਖਾਣ ਪੀਣ ਰਹਿਣ ਲਈ ਬੜਾ ਅੱਛਾ ਅਰੇਂਜਮੈਂਟ ਸੀਗਾ SGPC ਵੱਲੋਂ, ਉੱਥੇ ਉਹਨਾਂ ਨੇ ਬਹੁਤ ਅੱਛਾ ਆਕਸੀਜਨ ਦਾ ਟ੍ਰੀਟਮੈਂਟ ਕੀਤਾ। ਸੋ ਮੈਂ ਸਮਝਦਾ ਕਿ SGPC ਨੇ ਆਪਣੇ ਜਿਹੜਾ ਉਹਨਾਂ ਦਾ ਮੈਡੀਕਲ ਕਾਲਜ ਹੈਗਾ ਗੁਰੂ ਰਾਮਦਾਸ ਮੈਡੀਕਲ ਕਾਲਜ, ਉੱਥੋਂ ਦੇ ਬੱਚਿਆਂ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਔਰ ਪੰਜਾਬ ਦੇ ਲੱਗਦੇ ਏਰੀਆਜ਼ ਦੇ ਵਿੱਚ ਜਦੋਂ ਮੈਂ ਉਹਦਾ ਨੈਟਵਰਕ ਦੇਖਿਆ, ਮੈਨੂੰ ਉਹ ਬਹੁਤ ਅੱਛੀ ਗੱਲ ਲੱਗੀ। ਮੈਂ ਇਰਰਿਸਪੈਕਟਿਵ ਆਫ ਬੀਇੰਗ ਮਤਲਬ ਪੰਜਾਬੀ, ਬੀਇੰਗ ਅ ਸਿੱਖ, ਮੈਨੂੰ ਇਹ ਚੰਗਾ ਲੱਗਾ ਕਿ ਜਿਹੜੀ ਸਾਡੀ ਧਾਰਮਿਕ ਸੰਸਥਾ ਹੈ ਉਹ ਇੰਨਾ ਵਧੀਆ ਕੰਮ ਕਰ ਰਹੀ ਹੈ। ਮੈਂ ਉਹਨਾਂ ਦੇ ਪ੍ਰਧਾਨ ਲਈ ਸ਼ਲਾਘਾ ਪੱਤਰ ਵੀ ਲਿਖਿਆ। ਇਹਦੇ ਤੋਂ ਬਿਨਾਂ ਮੈਂ ਹੋਰ ਵੀ ਬੜੀਆਂ ਐਸੋਸੀਏਸ਼ਨਸ ਜਿਨ੍ਹਾਂ ਨੇ ਇਸ
ਮਾਨਵਤਾ ਦੇ ਵਿੱਚ ਕੰਮ ਕੀਤਾ ਹੈ। ਭਾਵੇਂ ਉਹ ਕੋਈ ਛੋਟੀਆਂ ਸਰਬੱਤ ਦਾ ਭਲਾ ਐਸੋਸੀਏਸ਼ਨ ਹੈ, ਖਾਲਸਾ ਏਡ ਐਸੋਸੀਏਸ਼ਨ ਹੈ, ਉਹਦੇ ਤੋਂ ਬਿਨਾਂ ਸਾਡੀਆਂ ਕਈ ਮਦਦ ਕਮੇਟੀਆਂ ਹੈ। ਅਸੀਂ ਉਹਨਾਂ ਨੂੰ ਵੀ ਉਤਸ਼ਾਹਿਤ ਕੀਤਾ ਹੈ, ਹਮੇਸ਼ਾ ਜਾ ਕੇ ਉਹਨਾਂ ਨੂੰ ਕਿਹਾ ਕਿ ਜਿੱਥੇ ਤੁਹਾਨੂੰ ਡਾਕਟਰੀ ਸਲਾਹ ਦੀ ਲੋੜ ਹੈ ਅਸੀਂ ਫ੍ਰੀ ਆਫ ਕਾਸਟ ਦਿਆਂਗੇ, ਅਸੀਂ ਆਪਣੇ ਟੈਲੀਫੋਨ ਦੇ ਨੰਬਰ ਵੀ ਦਿਆਂਗੇ। ਸੋ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ, ਕਿਉਂਕਿ ਜਿਹੜੀ ਬਿਮਾਰੀ ਹੈ ਪੈਂਡੈਮਿਕ ਹੈ, ਪੈਂਡੈਮਿਕ ਦਾ ਮਤਲਬ ਇਹਦੇ ਵਿੱਚ ਦੁਨੀਆ ਦਾ ਹਰ ਬੰਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਨਵੋਲਵਡ ਹੈ। ਸੋ ਸਾਡੇ ਜਿਹੜੇ ਰਿਲੀਜੀਅਸ ਅਦਾਰੇ ਨੇ ਉਹਨਾਂ ਨੇ ਜਿਹੜੀ ਇਹ ਇਸ ਮੌਕੇ ਤੇ ਜਾ ਕੇ ਲੋਕਾਂ ਦੀ ਬਾਂਹ ਫੜੀ ਹੈ। ਐਟਲੀਸਟ ਸਾਨੂੰ ਅੱਜ ਪੰਜਾਬ ਦੇ ਵਿੱਚ ਇਸ ਗੱਲ ਦਾ ਮਾਣ ਹੈ, ਉਹ ਸਾਡੀਆਂ ਧਾਰਮਿਕ ਸੰਸਥਾਵਾਂ, ਸਾਡੇ ਡਾਕਟਰ, ਸਾਡੀਆਂ ਸਰਕਾਰਾਂ, ਸਾਡੇ ਅਫਸਰ, ਸਾਡੀ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਕਹਿ ਲਓ, ਸਾਨੂੰ ਕਦੀ ਇਹ ਸੁਣਨ ਨੂੰ ਨਹੀਂ ਮਿਲਿਆ ਜੋ ਅਸੀਂ ਬੰਬੇ ਜਾਂ ਦਿੱਲੀ 'ਚ ਸੁਣਿਆ ਕਿ ਲੋਕ ਸੜਕਾਂ ਦੇ ਉੱਤੇ ਗੰਭੀਰਤਾ ਦੇ ਨਾਲ ਪਏ ਰਹੇ। ਸਾਡੇ ਇੱਥੇ ਹਰ ਬੰਦੇ ਨੇ ਇੱਕ ਪੰਜਾਬੀਅਤ ਦੀ ਚੀਜ਼ ਦਿਖਾਈ ਹੈ, ਜਿਹਦੇ ਵਿੱਚ SGPC ਦਾ ਇੱਕ ਪ੍ਰਮੁੱਖ ਰੋਲ ਰਿਹਾ, ਜਿਹਦੇ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਔਰ ਮੈਂ ਆਸ ਕਰਦਾ ਕਿ ਹੋਰ ਵੀ ਜਿੰਨੀਆਂ ਸਾਡੀਆਂ ਧਾਰਮਿਕ ਸੰਸਥਾਵਾਂ, ਸਮਾਜ ਸੇਵੀ ਸੰਸਥਾਵਾਂ ਹੈ, ਇਸ ਪੈਂਡੈਮਿਕ ਨੂੰ ਤਕੜੇ ਹੋ ਕੇ ਲੜਨਗੀਆਂ। ਔਰ ਜਦੋਂ ਇਹ ਅਸੀਂ ਬਿਮਾਰੀ ਚੋਂ ਨਿਕਲ ਗਏ, ਉਦੋਂ ਹਰ ਬੰਦੇ ਦਾ ਰੋਲ, ਜਿਹਦਾ ਨੈਗੇਟਿਵ ਰੋਲ ਸੀ ਤੇ ਜਿਹਦਾ ਪੋਜ਼ਿਟਿਵ ਰੋਲ ਸੀ, ਉਹ ਸਾਹਮਣੇ ਆ ਜਾਣਾ ਤੇ ਉਹਦੇ ਨਾਲ ਜਿਹੜਾ ਹੈਗਾ ਸਾਨੂੰ ਉਦਣ ਆਪਾਂ ਦੇਖਾਂਗੇ ਕਿ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਕਿਹੜੇ ਲੋਕ ਸੀ ਤੇ ਅੱਗ ਲਾਉਣ ਵਾਲਿਆਂ 'ਚ ਕਿਹੜੇ ਲੋਕ ਸੀ। ਇਹ ਗੱਲਾਂ ਲੁਕੀਆਂ ਨਹੀਂ ਰਹਿੰਦੀਆਂ। ਬਿਲਕੁਲ ਦਈਆ ਸਾਹਿਬ, ਬਹੁਤ-ਬਹੁਤ ਧੰਨਵਾਦ ਤੁਹਾਡਾ ਇਸ ਸਾਰੀ ਚਰਚਾ ਦੇ ਲਈ, ਕਿਉਂਕਿ ਬੜੀਆਂ ਮਹੱਤਵਪੂਰਨ ਗੱਲਾਂ ਸੀਗੀਆਂ ਜਿਹੜੀਆਂ ਸਮਝਣੀਆਂ ਤੇ ਸਮਝਾਣੀਆਂ ਬੜੀਆਂ ਜ਼ਰੂਰੀ ਸੀ। ਬਹੁਤ-ਬਹੁਤ ਤੁਹਾਡਾ ਧੰਨਵਾਦ ਡਾਕਟਰ ਨਵਜੋਤ ਸਿੰਘ ਦਈਆ, ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ IMA ਦੇ, ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ, ਕਿਉਂਕਿ ਇਹ ਗੱਲਾਂ ਸਮਝਣੀਆਂ ਬੜੀਆਂ ਜ਼ਰੂਰੀ ਸੀ ਕਿ ਪ੍ਰਾਈਵੇਟ ਹਸਪੀਟਲਸ ਦੇ ਉੱਤੇ ਕਿਵੇਂ ਨਕੇਲ ਕੱਸੀ ਜਾ ਸਕਦੀ ਹੈ। ਜਿਵੇਂ ਇਹਨਾਂ ਨੇ ਦੱਸਿਆ ਕਿ ਤੁਹਾਨੂੰ ਵੀ ਲੱਗਦਾ ਜੇ ਕਿਸੇ ਵੀ ਹਸਪੀਟਲ ਨੇ ਤੁਹਾਡੇ ਤੋਂ ਵਾਧੂ ਚਾਰਜ ਕੀਤੇ ਨੇ ਤਾਂ ਉਹਦੇ ਖਿਲਾਫ ਆਵਾਜ਼ ਚੁੱਕੋ, ਉਹਦੇ ਖਿਲਾਫ ਡਿਪਟੀ ਕਮਿਸ਼ਨਰ SDM ਨੂੰ ਸ਼ਿਕਾਇਤ ਕਰੋ, IMA ਨੂੰ ਸ਼ਿਕਾਇਤ ਕਰੋ ਤਾਂ ਜੋ ਉਹਦੇ ਖਿਲਾਫ ਕੋਈ ਕਾਰਵਾਈ ਹੋਵੇ। ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਦਈਆ ਸਾਹਿਬ ਹੋਰਾਂ ਨੇ ਵੀ ਕਿਹਾ ਕਿ ਇੱਕ ਰਿਪੋਰਟ ਇਹ ਆ ਰਹੀ ਹੈ ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਲਗਾਤਾਰ ਕ੍ਰਿਮੇਸ਼ਨ ਜ਼ਿਆਦਾ ਹੋ ਰਹੇ ਨੇ, ਤਾਂ ਸਹਿਜ ਅੰਦਾਜ਼ਾ ਲਾਓ ਕਿ ਜਦੋਂ ਇੱਕ ਪਾਸੇ ਇੰਨੀ ਵੱਡੀ ਬਿਮਾਰੀ ਚੱਲ ਰਹੀ ਹੈ ਤਾਂ ਅਚਨਚੇਤਾ ਇਹ ਹੋ ਨਹੀਂ ਸਕਦਾ ਕਿ ਪਿੰਡਾਂ ਦੇ ਵਿੱਚ ਮੌਤਾਂ ਦੀ ਗਿਣਤੀ ਨੈਚੁਰਲ ਤਰੀਕੇ ਦੇ ਨਾਲ ਵਧਣ ਲੱਗੀ ਹੈ। ਇਹ ਕਿਤੇ ਨਾ ਕਿਤੇ ਕਰੋਨਾ ਕਰਕੇ ਹੀ ਮੌਤਾਂ ਹੋ ਰਹੀਆਂ ਨੇ। ਔਰ ਵਾਰ-ਵਾਰ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਉਸ ਧਾਰਨਾ ਨੂੰ ਮਨ ਦੇ ਵਿੱਚੋਂ ਕੱਢਣਾ ਬੜਾ ਜ਼ਰੂਰੀ ਹੈ ਕਿ ਜੇ ਅਸੀਂ ਹਸਪਤਾਲ ਗਏ ਤਾਂ ਵਾਪਸ ਨਹੀਂ ਮੁੜਦੇ, ਘਰਾਂ ਦੇ ਵਿੱਚ ਬੈਠ ਕੇ ਵੀ ਇਸ ਬਿਮਾਰੀ ਦੇ ਨਾਲ ਲੜਿਆ ਨਹੀਂ ਜਾ ਸਕਦਾ। ਇਸ ਕਰਕੇ ਸਾਨੂੰ ਅੱਗੇ ਆਉਣਾ ਪਏਗਾ ਜੇਕਰ ਆਪਣੇ ਆਪ ਨੂੰ ਤੇ ਆਪਣਿਆਂ ਨੂੰ ਬਚਾਉਣਾ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਣ ਲੱਗੇ ਹਾਂ। ਬ੍ਰੇਕ ਤੋਂ ਬਾਅਦ ਇੱਕ ਹੋਰ ਅਹਿਮ ਮੁੱਦੇ ਤੇ ਚਰਚਾ ਕਰਾਂਗੇ। +2 ਦੇ ਐਗਜ਼ਾਮ ਹੋਣਗੇ, ਇਹ ਤੈਅ ਹੋ ਚੁੱਕਾ ਹੈ। ਹਰੇਕ ਬੋਰਡ ਐਗਜ਼ਾਮ ਲਏਗਾ, ਕਿਸ ਤਰੀਕੇ ਨਾਲ ਲਏ ਜਾਣਗੇ, ਕੀ ਉਹਦਾ ਫਾਰਮੈਟ ਹੋਏਗਾ। 10ਵੀਂ ਦੇ ਨਤੀਜੇ, 8ਵੀਂ ਦੇ ਨਤੀਜੇ ਆਏ ਨੇ ਤਾਂ ਉਹਦਾ ਫਾਰਮੈਟ ਕੀ ਸੀਗਾ। ਇੱਕ ਅਹਿਮ ਸ਼ਖਸੀਅਤ ਸਾਡੇ ਨਾਲ ਜੁੜੀ ਹੋਏਗੀ ਜੋ ਤਮਾਮ ਸਵਾਲਾਂ ਦੇ ਜਵਾਬ ਦੇਗੀ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਇਸ ਪੈਂਡੈਮਿਕ ਨੇ ਸਭ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਭਾਵੇਂ ਉਹ ਸਿਹਤ ਪੱਖੋਂ ਹੋਵੇ ਜਾਂ ਹੋਰ ਪੱਖਾਂ 'ਚ ਹੋਵੇ, ਭਾਵੇਂ ਆਰਥਿਕ ਤੌਰ ਤੇ ਹੋਵੇ। ਪਰ ਇੱਕ ਖਿੱਤਾ ਅਜਿਹਾ ਹੈ ਜਿਹੜਾ ਪੂਰੀ ਤਰ੍ਹਾਂ ਝੰਜੋੜਿਆ ਗਿਆ ਤੇ ਉਹ ਹੈ ਐਜੂਕੇਸ਼ਨ, ਸਿੱਖਿਆ ਦਾ ਖੇਤਰ। ਵੱਡੇ ਪੱਧਰ ਦੇ ਉੱਤੇ ਇਸ ਵਿੱਦਿਆ ਦਾ ਔਰ ਖਾਸ ਤੌਰ ਤੇ ਜਿਹੜੇ ਬੱਚਿਆਂ ਨੇ ਬੋਰਡ ਦੇ ਐਗਜ਼ਾਮਸ ਦੇਣੇ ਸੀਗੇ ਉਹਨਾਂ ਦਾ ਨੁਕਸਾਨ ਹੋਇਆ। ਕਲਾਸਾਂ ਨਹੀਂ ਲੱਗੀਆਂ, ਜਿਨ੍ਹਾਂ ਦੀਆਂ ਆਨਲਾਈਨ ਲੱਗੀਆਂ, ਕਈਆਂ ਦੇ ਐਗਜ਼ਾਮ ਹੋਏ, ਕਈਆਂ ਦੇ ਐਗਜ਼ਾਮ ਵੀ ਨਹੀਂ ਹੋਏ, ਕਈ ਹਲੇ ਵੀ ਐਗਜ਼ਾਮ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਇਮਤਿਹਾਨ ਹੋਣਗੇ, ਅੱਗੋਂ ਜਾ ਕੇ ਅਸੀਂ ਹਾਇਰ ਐਜੂਕੇਸ਼ਨ ਦੇ ਲਈ ਕਿਵੇਂ ਐਡਮਿਸ਼ਨ ਲਾਂਗੇ। ਤਮਾਮ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਬੱਚਿਆਂ ਦੇ ਜ਼ਿਹਨ ਦੇ ਵਿੱਚ ਨੇ। ਇਸੇ ਕਰਕੇ ਅੱਜ ਇੱਕ ਖਾਸ ਮਹਿਮਾਨ ਅਸੀਂ ਲੈ ਕੇ ਆਏ ਹਾਂ ਜਿਹੜੇ ਤਮਾਮ ਤਰ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਜੇ ਮਹਿਰੂਕ ਸਾਹਿਬ ਸਾਡੇ ਨਾਲ ਮੌਜੂਦ ਨੇ, ਐਗਜ਼ਾਮੀਨੇਸ਼ਨ ਕੰਟਰੋਲਰ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ। ਮਹਿਰੂਕ ਸਾਹਿਬ, ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਮਹਿਰੂਕ ਸਾਹਿਬ, ਸਭ ਤੋਂ ਪਹਿਲਾ ਸਵਾਲ ਮੇਰਾ ਜਿਹੜਾ ਕਿ ਸਿੱਧਾ ਇਹ ਜੁੜਦਾ ਕਿ ਓਵਰਆਲ ਜਦੋਂ ਤੁਸੀਂ ਦੇਖਦੇ ਹੋ, ਤੁਸੀਂ ਲੰਬੇ ਸਮੇਂ ਤੋਂ ਇਸ ਬੋਰਡ ਦੇ ਨਾਲ ਜੁੜੇ ਹੋਏ ਹੋ, ਸਿੱਖਿਆ ਖੇਤਰ ਦੇ ਨਾਲ ਜੁੜੇ ਹੋਏ ਹੋ, ਇਸ ਪੈਂਡੈਮਿਕ ਦੇ ਵਿੱਚ ਓਵਰਆਲ ਤੁਸੀਂ ਦੇਖਦੇ ਹੋ ਤਾਂ ਕਿੰਨਾ ਕੁ ਨੁਕਸਾਨ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਦਾ, ਸਿੱਖਿਆ ਅਦਾਰਿਆਂ ਦਾ ਹੋਇਆ? ਹਰਪ੍ਰੀਤ ਜੀ, ਦਰਸ਼ਕਾਂ ਸਮੇਤ ਸਾਰਿਆਂ ਨੂੰ ਮੇਰੀ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ, ਜੈ ਹਿੰਦ ਜੀ। ਪ੍ਰਸ਼ਨ ਜਿਹੜਾ ਨੁਕਸਾਨ ਹੋਣ ਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇਕੱਲਾ ਸਰੀਰਕ ਨੁਕਸਾਨ ਨਹੀਂ, ਵਿਦਿਅਕ, ਆਰਥਿਕ, ਹਰ ਪਾਸੇ ਦਾ ਨੁਕਸਾਨ ਹੀ ਹੋਇਆ ਜੀ। ਔਰ ਕਿੰਨਾ ਨੁਕਸਾਨ ਹੋਇਆ ਹੈ ਇਹ ਹਰ ਇਨਸਾਨ ਤੱਕ ਵੇਰੀ ਕਰੇਗਾ, ਪਰ ਨੁਕਸਾਨ ਸਰਟਨਟੀ ਜ਼ਰੂਰ ਹੋਇਆ ਜੀ। ਕੱਲ ਹੀ ਸਾਡੇ ਇੱਕ ਕੁਝ ਅਧਿਆਪਕ ਸਾਹਿਬਾਨ ਕਿਤੇ ਛੋਟੇ ਬੱਚਿਆਂ ਨਾਲ ਖੇਡਦੇ ਹੋਏ ਇੰਟਰੈਕਟ ਕਰ ਰਹੇ ਸੀਗੇ ਕਿਸ ਥਾਂ ਦੇ ਉੱਤੇ, ਗੱਲਬਾਤ ਰਹੀ ਦੂਰੋਂ ਰਹਿ ਕੇ। ਉਹਨਾਂ ਨੇ ਬੱਚੇ ਨੇ ਕੁਐਸਚਨ ਕੀਤਾ, ਛੋਟੇ ਬੱਚੇ ਨੂੰ, 12-13 ਸਾਲ ਦੇ ਬੱਚੇ ਨੂੰ,
ਕਿ ਬੱਚੇ ਸਕੂਲ ਬੰਦ ਹੋ ਗਏ, ਤੁਹਾਨੂੰ ਅੱਛਾ ਲੱਗ ਰਿਹਾ ਹੈ ਕਿ ਛੁੱਟੀਆਂ ਹੋ ਗਈਆਂ ਇੱਕ ਤਰ੍ਹਾਂ ਦੀਆਂ? ਤਾਂ ਉਸ ਬੱਚੇ ਦਾ ਉੱਤਰ ਸੀ ਵੀ ਨਹੀਂ ਜੀ, ਕਿਉਂਕਿ ਸਕੂਲ ਵਿੱਚ ਜਾ ਕੇ ਬੰਦਾ ਬਹੁਤ ਕੁਝ ਸਿੱਖਦਾ ਹੈ। ਵਾਹ। ਟੀਮ ਵਰਕ ਹੈ, ਡਿਸਪਲਿਨ ਹੈ, ਜਿਹੜਾ ਮੈਂ ਖੁਦ ਆਪ ਸੈਰ ਕਰਦੇ ਸੁਣ ਰਿਹਾ ਸੀ। ਤਾਂ ਉਹਨਾਂ ਦਾ ਅੱਗੋਂ ਇੱਕ ਪ੍ਰਸ਼ਨ ਹੋਰ ਉਸ ਬੱਚੇ ਨੂੰ ਸਿਮਿਲਰਲੀ ਉਸੇ ਟਾਈਮ ਤੇ ਪੁੱਛਿਆ ਗਿਆ ਕਿ ਕਈ ਬੱਚੇ ਬਹੁਤ ਸਾਰੇ ਹੁੰਦੇ ਨੇ ਜਿਹੜੇ ਸਕੂਲ ਜਾਣ ਤੋਂ ਕਈ ਅਵੋਇਡ ਕਰਦੇ ਨੇ ਐਂਡ ਸਿੱਖਿਆ ਤੋਂ ਥੋੜਾ ਦੂਰ ਰਹਿਣਾ ਚਾਹੁੰਦੇ ਨੇ, ਉਹਨਾਂ ਦੇ ਲਈ ਤੁਹਾਡਾ ਕੀ ਵਿਚਾਰ ਹੈ? ਤਾਂ ਉਸ ਬੱਚੇ ਦਾ ਸੀ ਕਿ ਉਹਨਾਂ ਦਾ ਵੀ ਨੁਕਸਾਨ ਹੈ। ਜੇ ਇਨਸਾਨ ਹੈ ਤਾਂ ਜੇ ਇੱਕ ਦਿਨ ਵੀ ਸਕੂਲ ਜਾਂਦਾ ਤਾਂ ਸ਼ਾਇਦ ਇੱਕ ਦਿਨ ਵਿੱਚ ਹੀ ਚੰਗੀ ਗੱਲ ਸਿੱਖ ਕੇ ਇੱਕ ਚੰਗਾ ਇਨਸਾਨ ਬਣ ਸਕਦਾ ਹੈ। ਐਗਜ਼ੈਕਟਲੀ। ਮੈਨੂੰ ਕੱਲ ਇਸ ਬੱਚੇ ਦਾ ਰਿਐਕਸ਼ਨ ਸੁਣ ਕੇ ਇੱਕ ਬੜੀ ਅੱਛੀ ਖੁਸ਼ੀ ਹੋਈ ਕਿ ਸਕੂਲ ਵਿੱਚ ਜਾਣ ਦਾ ਫਿਜ਼ੀਕਲ ਤੌਰ ਤੇ ਕਲਾਸਿਸ ਨਹੀਂ ਲੱਗ ਰਹੀਆਂ ਤੇ ਇੱਕ ਛੋਟੇ ਬੱਚੇ ਨੂੰ ਕਿੰਨਾ ਅਹਿਸਾਸ ਹੈ ਇਸ ਗੱਲ ਦਾ। ਇਹ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਖੁਦ ਆਪ ਲਾ ਸਕਦੇ ਹੋ। ਬਿਲਕੁਲ। ਹੁਣ ਮੈਂ ਮੁੱਦੇ ਤੇ ਆ ਜਾਣਾ। ਮਹਿਰੂਖ ਸਾਹਿਬ ਹੁਣੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 8ਵੀਂ ਤੇ 10ਵੀਂ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ, ਜਿਸ ਤੇ ਕਈ ਤਰ੍ਹਾਂ ਦੇ ਕਿੰਤੂ ਪਰੰਤੂ ਕੀਤੇ ਗਏ। ਉਹ ਤੁਹਾਡੇ ਤੱਕ ਪਹੁੰਚ ਗਏ ਹੋਣੇ ਨੇ ਕਿੰਤੂ ਪਰੰਤੂ। ਬੜੇ ਸਾਰੇ ਸਿੱਖਿਆ ਮਾਹਰ ਕਹਿੰਦੇ ਨੇ ਕਿ ਇਹ ਜਿਹੜਾ ਤਰੀਕਾ ਅਪਣਾਇਆ ਗਿਆ ਨਤੀਜੇ ਐਲਾਨਣ ਦਾ, ਇਹ ਠੀਕ ਨਹੀਂ ਸੀ। ਇਹਦੇ ਵਿੱਚ ਸਿਰਫ ਤੇ ਸਿਰਫ ਇੰਟਰਨਲ ਅਸੈਸਮੈਂਟ ਨੂੰ ਆਧਾਰ ਬਣਾਇਆ ਗਿਆ, ਜਿਹੜਾ ਕਿ ਵਾਜਬ ਲੱਗਦਾ ਨਹੀਂ ਹੈ। ਇੱਥੋਂ ਤੱਕ ਵੀ ਸਵਾਲ ਚੁੱਕਿਆ ਗਿਆ ਕਿ ਜਿਹੜੇ ਬੱਚਿਆਂ ਨੂੰ 90, 95, 98% ਨੰਬਰ ਦਿੱਤੇ ਗਏ ਨੇ, ਕਿ ਉਹ ਮੁਕਾਬਲੇ ਦੀ ਪ੍ਰੀਖਿਆ ਦੇ ਵਿੱਚ ਬੈਠ ਸਕਣਗੇ? ਕਿ ਉਹਨਾਂ ਨੂੰ ਆਪਣਾ ਸਹੀ ਤਰ੍ਹਾਂ ਦੇ ਨਾਲ ਮੁਲਾਂਕਣ ਕਰ ਪਾਣਾ ਸਮਝ ਪਾਣਗੇ ਉਹ ਕਿ ਅਸੀਂ ਮੁਲਾਂਕਣ ਕਰ ਪਾਵਾਂਗੇ? ਜਿਨ੍ਹਾਂ ਨੂੰ 98% ਦੇ ਦਿੱਤੇ। ਇੱਥੋਂ ਤੱਕ ਵੀ ਕਿਹਾ ਗਿਆ, ਪ੍ਰਾਈਵੇਟ ਸਕੂਲਾਂ ਨੇ ਖਾਸ ਤੌਰ ਤੇ ਸਵਾਲ ਚੁੱਕਿਆ, ਸ਼ਾਇਦ ਤੁਸੀਂ ਮੇਰੀ ਵਿਚਾਰ ਤਕਰਾਰ ਦੇਖੀ ਹੋਵੇ, ਤਾਂ ਉਹਨਾਂ ਨੇ ਕਿਹਾ ਕਿ ਇਹ ਬੱਚੇ ਤਾਂ 50% ਲੈਣ ਜੋਗੇ ਵੀ ਨਹੀਂ ਸੀਗੇ ਜਿਨ੍ਹਾਂ ਨੂੰ 95% ਦਿੱਤੇ ਗਏ ਨੰਬਰ। ਇਸ ਤਰ੍ਹਾਂ ਹੈ ਜੀ, ਅਸੀਂ ਟੋਟੈਲਿਟੀ ਦੇ ਵਿੱਚ ਬੈਨੀਫੀਸ਼ੀਅਰੀ ਸਿਸਟਮ ਦੇ ਵਿੱਚ ਚੱਲਦੇ ਹੋਏ ਜ਼ਿੰਦਗੀ ਨੂੰ ਕਿਵੇਂ ਚਲਾਉਣਾ ਹੈ, ਸਾਨੂੰ ਉਹ ਨਜ਼ਰੇ ਰੱਖਣਾ ਚਾਹੀਦਾ। ਜਦ ਤੁਸੀਂ ਇੰਡੀਵਿਜੂਅਲ ਲੈਵਲ ਤੇ ਜਾਵੋਗੇ ਕਿ ਇਹਨਾਂ ਨਤੀਜਿਆਂ ਦਾ ਕਿਸੇ ਤੇ ਕੀ ਅਸਰ ਪਏਗਾ, ਉਹ ਆਪਣੀ ਪਰਸੈਪਸ਼ਨ ਹੈ ਨੰਬਰ 1। ਨੰਬਰ ਦੂਸਰੀ ਗੱਲ, ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਸਾਡੇ ਜਿਹੜੇ ਵਿੱਦਿਆ ਨਾਲ ਜੁੜੇ ਹੋਏ ਨੇ, ਭਾਵੇਂ ਠੀਕ ਹੈ ਕਿ ਐਗਜ਼ਾਮੀਨੇਸ਼ਨ ਸਿਸਟਮ ਜਿਹੜਾ ਹੈ ਉਹ ਬੱਚੇ ਨੂੰ ਪੈਰਾਂ ਤੇ ਬਹੁਤ ਮਜ਼ਬੂਤ ਕਰਦਾ ਹੈ ਤੇ ਐਕਸਟਰਨਲ ਐਗਜ਼ਾਮੀਨੇਸ਼ਨ ਇਸੇ ਕਰਕੇ ਰੱਖੇ ਗਏ ਨੇ। ਤੁਹਾਨੂੰ ਯਾਦ ਹੋਣਾ ਹੈ ਕੁਝ ਸਾਲ ਪਹਿਲਾਂ CBSE ਨੇ 10ਵੀਂ ਤੱਕ ਦੀ ਪ੍ਰੀਖਿਆ ਲੈਣ ਤੋਂ ਨਾ ਕਰਤੀ ਸੀ, ਵਲੰਟਰਲੀ ਕਰਤਾ ਸੀ ਮੈਟ੍ਰਿਕ ਬੋਰਡ ਐਗਜ਼ਾਮ ਵੀ। ਹਾਂਜੀ। ਔਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 10ਵੀਂ ਉਦੋਂ ਐਗਜ਼ਾਮ ਕੰਪਲਸਰੀ ਰੱਖਿਆ ਹੋਇਆ ਸੀਗਾ। CBSE ਨੂੰ ਇਸ ਕੰਪਲਸਰੀ ਐਗਜ਼ਾਮ ਵੱਲ ਮੁੜਨਾ ਪਿਆ 10ਵੀਂ ਪੱਧਰ ਤੇ। ਅੱਜ ਬੜੀ ਵੱਡੀ ਗੱਲ ਹੈ ਕਿ ਹਿੰਦੁਸਤਾਨ ਦੀ ਸਾਰੀਆਂ ਸਟੇਟ ਦੇ ਵਿੱਚੋਂ ਸਾਡੀ ਪੰਜਾਬ ਸਰਕਾਰ ਦੇ ਫੈਸਲੇ ਦੇ ਅਨੁਸਾਰ ਅੰਡਰ RTE ਹੋਣ ਦੇ ਬਾਵਜੂਦ ਵੀ 5ਵੀਂ ਤੇ 8ਵੀਂ ਦੇ ਐਗਜ਼ਾਮ ਬੋਰਡ ਪ੍ਰੀਖਿਆ ਹੋਈਆਂ ਨੇ। 5ਵੀਂ ਦੀ ਹੋਈਆਂ ਨੇ, ਮੀਨਸ ਕਿ ਬੋਰਡ ਪ੍ਰੀਖਿਆਵਾਂ ਦੇ ਲਈ ਨਿਰਣੇ ਲੈ ਗਏ ਸੀਗੇ। ਐਂਡ ਇਹ ਇਸੇ ਕਰਕੇ ਲੈ ਗਏ ਸੀ ਕਿ ਜਿਹੜੀ ਸਾਡੀ ਵਿਚਲੀ ਮਿਡਲ ਬੱਚਿਆਂ ਦੀ ਕਲਾਸ ਹੈ 33%, 50%, 60% ਨੰਬਰਾਂ ਲੈਣ ਵਾਲੀ, ਉਹ ਪੜ੍ਹਾਈ ਨਾਲ ਜੁੜਨ ਪ੍ਰੀਖਿਆ ਦੇ ਪੱਖੋਂ, ਤੇ ਤਾਂ ਜੋ ਨੰਬਰ ਹੋਰ ਅੱਛੇ ਆ ਜਾਣ। ਦੂਸਰਾ ਐਸਪੈਕਟ ਇਸ ਗੱਲ ਦਾ ਜੀ। ਤੀਸਰਾ, ਜਿੱਥੇ ਤੱਕ ਤੁਸੀਂ ਮੁਕਾਬਲੇ ਵਾਲੀ ਪ੍ਰੀਖਿਆ ਦੀ ਗੱਲ ਕਹਿ ਰਹੇ ਹੋ, ਭਾਰਤ ਸਰਕਾਰ, ਹਿੰਦੁਸਤਾਨ ਦੀ ਸਾਰੀਆਂ ਸਟੇਟ ਦੀਆਂ ਸਰਕਾਰਾਂ ਇਸ ਲਈ ਬਹੁਤ ਡੀਪਲੀ ਕੰਸਰਨ ਨੇ। ਅੱਜ ਅਖਬਾਰਾਂ ਦੇ ਵਿੱਚ ਇੱਕ ਵਿਸ਼ਾ ਬੜਾ ਵੱਡਾ, ਤਕਰੀਬਨ ਅਖਬਾਰਾਂ ਨੇ ਫਰੰਟ ਪੇਜ ਦੀ ਖਬਰ ਬਣਾਈ ਹੋਈ ਹੈ, ਜਿੱਥੇ ਸਾਡਾ ਮੁਕਾਬਲੇ ਦੀ ਪ੍ਰੀਖਿਆ ਦਾ ਕੰਮ ਸ਼ੁਰੂ ਹੁੰਦਾ ਹੈ ਉਹ +2 ਲੈਵਲ ਮੰਨਿਆ ਗਿਆ ਜੀ। ਔਰ ਇਸ ਤੋਂ ਥੱਲੇ ਵਾਲੇ ਬੱਚੇ ਨੂੰ ਇੱਕ ਪਾਣੀ ਦੇ ਚਲਦੇ ਸਪਸ਼ਟ ਪਾਣੀ ਦੇ ਰਵਾਹ ਵਾਂਗੂ ਇੱਕ ਨਿਰੰਤਰ ਲਾਈਫ ਦੇ ਵਿੱਚ ਚਲਦੇ ਰੱਖਣਾ ਬੋਰਡ ਦਾ ਨਿਰੰਤਰ ਕਿਰਿਆ ਦਾ ਇੱਕ ਹਿੱਸਾ ਸੀ, ਨਤੀਜਿਆਂ ਦੇ ਉੱਤੇ ਬਣਾ ਕੇ ਕਰਨਾ ਜੀ। ਇਸ ਤੋਂ ਅਗਲੀ ਗੱਲ, ਜਿਹੜੇ ਨਤੀਜੇ ਗ੍ਰੇਡਿੰਗ ਵਾਈਜ਼ ਆਏ ਨੇ, ਮੈਂ ਇੱਕ ਐਗਜ਼ਾਮ, ਸਾਨੂੰ ਇਹਨਾਂ ਸੀਟਾਂ ਤੇ ਰਹਿ ਕੇ ਤੁਲਨਾ ਤਾਂ ਨਹੀਂ ਕਰਨੀ ਚਾਹੀਦੀ ਜੀ, ਬਟ ਉੱਤਰ ਪ੍ਰਦੇਸ਼ ਗਵਰਨਮੈਂਟ, ਉੱਤਰ ਪ੍ਰਦੇਸ਼ ਸਕੂਲ ਐਜੂਕੇਸ਼ਨ ਬੋਰਡ ਨੇ ਇੱਕ ਨਿਰਣਾ ਕੀਤਾ ਹੈ। ਕੁਝ ਟੈਕਨੀਕਲੀ ਪ੍ਰੋਬਲਮ ਆ ਰਹੀ ਹੈ। ਹਾਂਜੀ, ਮਹਿਰੂਖ ਸਾਹਿਬ ਆ ਰਹੀ ਹੈ ਤੁਹਾਡੀ ਆਵਾਜ਼? ਮੈਂ ਆਵਾਜ਼ ਆ ਰਹੀ ਜੀ? ਜੀ, ਬਿਲਕੁਲ ਆ ਰਹੀ ਹੈ। ਹਾਂ, ਉੱਤਰ ਪ੍ਰਦੇਸ਼ ਸਰਕਾਰ ਐਜੂਕੇਸ਼ਨ ਬੋਰਡ ਨੇ 10ਵੀਂ ਬੱਚਿਆਂ ਨੂੰ ਪਾਸ ਕਰਨ ਦੇ ਲਈ ਇੱਕ ਨਿਰਣਾ ਲਿਆ ਹੈ ਕਿ ਜਿਹੜੇ 9ਵੀਂ ਚ ਪਾਸ ਨੇ ਉਹਨਾਂ ਸਾਰਿਆਂ ਦਾ ਨਤੀਜਾ 10ਵੀਂ ਦਾ ਉਸ ਤਰੀਕੇ ਨਿਕਲੇਗਾ। ਉਹ ਬੱਚੇ ਆਲਮੋਸਟ 26-27 ਲੱਖ ਦੇ ਆਸ-ਪਾਸ ਦੀ ਗਿਣਤੀ ਉਸ ਸਟੇਟ ਦੀ। ਜਦੋਂ ਤੱਕ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 10ਵੀਂ ਦਾ ਨਤੀਜਾ ਬਣਾਇਆ ਹੈ ਤਾਂ ਅਸੀਂ ਪਾਸ ਉਹਨਾਂ ਨੂੰ ਕੀਤਾ ਜਿਨ੍ਹਾਂ ਨੇ 33% ਤੋਂ ਲੈ ਕੇ 100% ਤੱਕ ਨੰਬਰ ਪ੍ਰਾਪਤ ਕੀਤੇ ਨੇ। ਮੀਨਸ ਅਸੀਂ ਜਿਹੜੇ 33 ਥੱਲੇ ਰਹਿ ਗਏ ਨੇ ਉਹ ਬੱਚੇ ਪਾਸ ਨਹੀਂ ਹੋਏ ਜੀ। ਨਹੀਂ, ਪਰ ਮਹਿਰੂਖ ਸਾਹਿਬ ਆਪਾਂ ਤਾਂ ਸਿਰਫ 12 ਬੱਚੇ ਫੇਲ ਕੀਤੇ ਪੂਰੇ ਪੰਜਾਬ ਚੋਂ। ਮਹਿਰੂਖ ਸਾਹਿਬ ਸਿਰਫ 12 ਬੱਚੇ ਪੂਰੇ ਪੰਜਾਬ ਦੇ ਵਿੱਚੋਂ। ਉਸ ਥਾਂ ਦੇ ਉੱਤੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਇੱਕ ਸਵਾਲ, ਨਤੀਜਾ ਜ ਆਊਟ ਹੋਇਆ ਹੈ, ਮਾਨਯੋਗ ਚੇਅਰਮੈਨ ਸਾਹਿਬ ਨੇ ਰਿਜ਼ਲਟ ਆਊਟ ਕੀਤੇ ਨੇ। 18,053 ਕੇਂਦਰ, 18,053 ਕੇਂਦਰ ਹਰ ਸਕੂਲ ਸੈਂਟਰ ਹੈ ਪੰਜਾਬ ਦੇ ਵਿੱਚ। ਤੁਸੀਂ ਵੇਖੋ ਕਿ ਇਸ ਕੰਮ ਦੇ ਵਿੱਚ ਪ੍ਰੀਖਿਆ ਹੋਣੀਆਂ, ਨਤੀਜੇ ਬਣਨੇ, ਇਵੈਲੂਏਸ਼ਨ ਹੋਣੀਆਂ, ਰਿਜ਼ਲਟ ਕੱਢਣੇ, ਔਰ 8ਵੀਂ ਤੇ 10ਵੀਂ ਦੇ ਕੱਲ ਮੈਂ ਜੋ ਅੱਜ ਅਖਬਾਰਾਂ 'ਚ ਸਾਡੇ ਮਾਨਯੋਗ ਸਿੱਖਿਆ ਮੰਤਰੀ ਜੀ ਦੀ ਇੱਕ ਸਟੇਟਮੈਂਟ ਆਫੀਸ਼ੀਅਲ ਆਪਣੀ ਅਖਬਾਰ 'ਚ ਛਪੀ ਹੋਈ ਹੈ,
ਉਹਦੇ ਚ ਉਹਨਾਂ ਨੇ ਬੜੀ ਅੱਛੀ ਗੱਲ ਕਹੀ ਹੈ, ਜਿਹੜੀ ਭਾਰਤ ਸਰਕਾਰ ਤੱਕ ਆਪਣਾ ਪ੍ਰਤੀਕਰਮ ਪੇਸ਼ ਕੀਤਾ ਹੈ ਕਿ ਅਸੀਂ 8ਵੀਂ 10ਵੀਂ ਦੇ ਨਤੀਜੇ ਪਹਿਲਾਂ ਕੋਸ਼ਟ ਕਰ ਚੁੱਕੇ ਹਾਂ, 5ਵੀਂ ਦਾ ਨਤੀਜਾ ਅੱਜ ਕੋਸ਼ਟ ਹੋਣ ਜਾ ਰਿਹਾ ਹੈ। ਜਿੱਥੇ ਕਿ ਉੜੀਸਾ 'ਚ ਸਾਈਕਲੋਨ ਪੋਜੀਸ਼ਨ ਬਣੀ ਹੋਈ ਹੈ, ਇਹ ਵੀ ਪਤਾ ਲੱਗਿਆ, ਅਖਬਾਰਾਂ ਨੇ ਲਿਖਿਆ ਹੈ ਕਿ ਉੱਥੇ ਅਜੇ ਤੱਕ ਇਹ ਵੀ ਨਿਰਣਾ ਹੋ ਰਿਹਾ ਕਿ ਪੇਪਰ ਕੋਈ ਹੋਣੇ ਵੀ ਨੇ ਕਿ ਨਹੀਂ ਹੋਣੇ ਜੀ। ਸੋ ਕਮ ਸੇ ਕਮ ਪੰਜਾਬ ਸਰਕਾਰ ਦੀ, ਪੰਜਾਬ ਸਿੱਖਿਆ ਵਿਭਾਗ ਦੀ, ਬੋਰਡ ਦੀ, ਅਧਿਆਪਕਾਂ ਦੀ, ਮਾਪਿਆਂ ਦੀ ਐਂਡ ਸਕੂਲ ਸਟੂਡੈਂਟ ਜਿਹੜੇ ਕੰਸਰਨ ਨੇ ਉਹਨਾਂ ਨੂੰ ਥੈਂਕਸ ਕਰਨਾ ਚਾਹੀਦਾ ਕਿ ਉਹਨਾਂ ਆਪਣੀ ਜ਼ਿੰਦਗੀ ਨੂੰ 1 ਸਾਲ ਅੱਗੇ ਰਵਾਨਗੀ ਹੋਰ ਪਾ ਲਿਆ। ਇੱਕ ਸਵਾਲ ਇਹ ਵੀ ਹੈ, ਇਸ ਸਾਲ ਹੋਰ ਬੱਚੇ ਮਿਹਨਤ ਕਰਨਗੇ, ਇੱਕ ਅੱਛੀ ਗੱਲ ਹੈ ਕਿ ਉਹ ਰਿਜ਼ਲਟ ਦੇ ਵਿੱਚ ਇੱਕ ਅੱਛੇ ਚ ਹੋਰ ਜ਼ਿਆਦਾ ਪੜ ਸਕਣਗੇ। ਇਸ ਨੂੰ ਨੈਗੇਟਿਵ ਵਿੱਚ ਵੇਖਣ ਦੀ ਪ੍ਰਕੇਵ ਵਿੱਚ ਜ਼ਰੂਰਤ ਨਹੀਂ ਹੈ ਜੀ, ਨਹੀਂ ਹੈ। ਪਰ ਰਾਦਰ 5ਵੀਂ ਤੇ 8ਵੀਂ ਦੇ ਨਤੀਜੇ ਜਿਹੜੇ ਨੇ, ਜਿਹੜੀ ਸਟੇਟ ਐਗਜ਼ਾਮ ਹੀ ਨਹੀਂ ਲੈ ਰਹੀਆਂ, ਔਰ ਹਿਮਾਚਲ ਤੇ ਰਾਜਸਥਾਨ ਨੇ ਇੱਕ ਅਜੇ ਤੱਕ ਸ਼ਾਇਦ ਐਗਜ਼ਾਮ ਨਹੀਂ ਲੈ 5ਵੀਂ 8ਵੀਂ, ਬਾਕੀ ਤੇ ਹਿੰਦੁਸਤਾਨ ਦੀ ਬੋਰਡ ਐਗਜ਼ਾਮ ਹੀ ਨਹੀਂ ਲੈਂਦਾ ਜੀ। ਮਹਿਰੂਖ ਸਾਹਿਬ, ਇੱਕ ਸਵਾਲ ਤਾਂ ਇੰਪੋਰਟੈਂਟ ਖੜਾ ਹੁੰਦਾ ਨਾ, ਤੁਸੀਂ ਹੁਣੇ ਕਿਹਾ ਕਿ ਅਸੀਂ ਬੱਚੇ ਸਿਰਫ ਉਹ ਪਾਸ ਕੀਤੇ ਨੇ ਜਿਨ੍ਹਾਂ ਨੇ 33% ਤੋਂ ਲੈ ਕੇ 100% ਤੱਕ ਨੰਬਰ ਲਏ। ਪੂਰੇ ਪੰਜਾਬ ਦੇ ਵਿੱਚ ਸਿਰਫ 12 ਬੱਚੇ ਅਜਿਹੇ ਸੀਗੇ ਜਿਨ੍ਹਾਂ ਨੇ 33% ਤੋਂ ਘੱਟ ਨੰਬਰ ਲਏ। ਥੋੜਾ ਅਟਪਟਾ ਜਿਹਾ ਨਹੀਂ ਲੱਗਦਾ? ਇੰਨੇ ਲੱਖਾਂ ਬੱਚਿਆਂ ਦੇ ਵਿੱਚੋਂ ਸਿਰਫ 12 ਬੱਚੇ ਅਜਿਹੇ ਸੀ ਜਿਨ੍ਹਾਂ ਨੇ 33% ਤੋਂ ਘੱਟ ਨੰਬਰ ਲਏ ਨੇ। ਮੈਂ ਦੱਸਣਾ ਚਾਹਾਂਗਾ, ਅੱਜ ਕੰਪੈਰੀਟਿਵ ਇੱਕ ਬੜਾ ਅੱਛਾ ਆਇਆ ਸਾਡੇ ਕੋਲ। ਹਾਂ, 5ਵੀਂ ਪ੍ਰੀਖਿਆ ਦੇ ਵਿੱਚ 3,14,400 ਬੱਚਾ ਅਪੀਅਰ ਹੋਇਆ ਜੀ। ਰਾਦਰ 5ਵੀਂ ਤੋਂ ਲੈ ਕੇ 10ਵੀਂ ਤੱਕ ਬੱਚੇ ਨੇ ਤਾਂ ਫਿਰ ਵੀ ਲਰਨ ਕੀਤਾ ਹੋਏਗਾ, ਸਿਸਟਮ ਵਿੱਚ ਪੜ੍ਹਾਈ ਦੇ ਨਾਲ ਜੁੜਿਆ ਜ਼ਿਆਦਾ ਹੋਏਗਾ। ਔਰ ਉਹਦਾ ਸਾਡਾ ਰਿਜ਼ਲਟ ਕਿੰਨਾ ਰਿਹਾ? 99.76%। ਇਹ ਤਾਂ ਲਿਖਤੀ ਪ੍ਰੀਖਿਆ ਦੇ ਨਤੀਜੇ ਨੇ ਜੀ। ਅੱਛਾ, ਫਿਰ ਮਹਿਰੂਖ ਸਾਹਿਬ ਇੱਕ ਮੈਨੂੰ ਹੋਰ ਵੀ ਜਾਣਕਾਰੀ ਦੇ ਦਿਓ। ਮਹਿਰੂਖ ਸਾਹਿਬ, ਇਹ ਪਹਿਲੀ ਵਾਰੀ ਹੋਇਆ ਕਿ ਇੰਨੇ ਚੰਗੇ ਨਤੀਜੇ ਬੋਰਡ ਦੇ ਆਏ ਨੇ? ਇਸ ਤੋਂ ਪਹਿਲਾਂ ਵੀ 98-99% ਤੱਕ ਕਦੇ ਰਿਜ਼ਲਟ ਆਇਆ? ਪਿਛਲੇ ਸਾਲ 100% ਦੇ ਨਤੀਜੇ ਸੀ ਜੀ, 90% ਤੱਕ ਨਤੀਜੇ ਆਏ ਹੋਏ ਨੇ। ਸਾਡਾ 12ਵੀਂ ਦਾ ਨਤੀਜਾ 90%, ਪਿਛਲੇ ਸਾਲ ਦਾ 90% ਦਾ ਨਤੀਜਾ ਹੈ। ਮਹਿਰੂਖ ਸਾਹਿਬ, 12 ਬੱਚੇ ਤਾਂ ਕਦੇ ਇਹ ਨਹੀਂ ਹੋਇਆ ਕਿ 12 ਬੱਚੇ ਫੇਲ ਹੋਏ ਹੋਣ ਸਿਰਫ? ਤੁਸੀਂ ਇਸ ਤਰ੍ਹਾਂ ਹੈ ਜੀ, ਭਰੇ ਗਲਾਸ ਨੂੰ ਕਿਉਂ ਨਹੀਂ ਵੇਖਦੇ? ਨਹੀਂ ਮਹਿਰੂਖ ਸਾਹਿਬ, ਮੈਂ ਤੁਹਾਡੀ ਦੇਖੋ, ਮੇਰਾ ਜਿਹੜਾ ਸਵਾਲ ਹੈ ਮਹਿਰੂਖ ਸਾਹਿਬ, ਤੁਸੀਂ ਉਹਨੂੰ ਪਰਸਨਲ ਨਾ ਲਓ ਕਿ ਮੈਂ ਪਰਸਨਲ ਤੌਰ ਤੇ ਸਵਾਲ ਪੁੱਛ ਰਿਹਾ। ਮੈਂ ਸਵਾਲ ਪੁੱਛ ਰਿਹਾ ਕਿ ਸਾਡੇ ਸਿੱਖਿਆ ਮਾਹਰ, ਸਿੱਖਿਆ ਚਿੰਤਾ ਕਰਨ ਵਾਲੇ ਲੋਕ ਇਹ ਚਿੰਤਾ ਕਰ ਰਹੇ ਨੇ ਕਿ ਅਸੀਂ ਤੜਾਤੜ ਬੱਚਿਆਂ ਨੂੰ ਪਾਸ ਕਰ ਦਿੱਤਾ, ਉਹ ਅੱਜ +1 ਦੇ ਵਿੱਚ ਜਦੋਂ ਜਾਣਗੇ ਆਪਣੇ ਆਪ ਨੂੰ ਕਿੱਥੇ ਖੜਾ ਮਹਿਸੂਸ ਕਰਨਗੇ? ਉਹ ਬੱਚੇ ਜਦੋਂ ਮੁਕਾਬਲੇ ਦੇ ਕੰਪੀਟੀਸ਼ਨ ਦੇ ਵਿੱਚ ਜਾਣਗੇ, ਜਦੋਂ ਹਾਇਰ ਐਜੂਕੇਸ਼ਨ ਦੇ ਲਈ ਜਾਣਗੇ, ਜਦੋਂ ਉਹਨਾਂ ਦੇ ਕੋਲ ਸਰਟੀਫਿਕੇਟ ਹੈਗੇ 98-99% ਲੈ, ਪਰ ਕੀ ਉਹ ਵਾਕਈ 98-99% ਲੈਣ ਵਾਲੇ ਬੱਚੇ ਸੀਗੇ ਜਿਨ੍ਹਾਂ ਨੂੰ 98-99% ਦਿੱਤੇ ਗਏ? ਸਵਾਲ ਸਿਰਫ ਇਹ ਖੜਾ ਹੁੰਦਾ। ਪਹਿਲਾ ਇਸ਼ੂ ਇਹ ਹੈ ਕਿ ਪ੍ਰਸ਼ਨ ਬਹੁਤ ਅੱਛਾ ਹੈ। ਜਿਹੜੀ ਬੋਰਡ ਨੇ ਐਵੈਲੂਏਸ਼ਨ ਕੀਤੀ ਹੈ, ਇਹ ਟੀਚਰਾਂ ਦੇ ਨੰਬਰ ਸਾਰੇ ਸਾਲ ਦੀ ਮੋਨੀਟਰਿੰਗ ਦੇ ਬੇਸ ਤੇ ਕੀਤੀ ਹੈ। ਇਹ ਐਵੈਲੂਏਸ਼ਨ ਇਨਪੁਟ ਜਿਹੜੀਆਂ ਆਈਆਂ ਨੇ, ਇਹ ਟੀਚਰ ਦੀ ਖੁਦ ਸਾਰੇ ਸਾਲ ਦੀ ਪਰਫਾਰਮੈਂਸ ਜਿਹੜੀ ਇਨਪੁਟ ਕੀਤੀ ਗਈ ਰਿਟਨ ਦੇ ਵਿੱਚ, ਅਸੀਂ ਤਾਂ ਡਾਟਾ ਕੈਲਕੂਲੇਸ਼ਨ ਕੀਤਾ ਨੰਬਰ 1 ਜੀ। ਨੰਬਰ ਦੂਜੀ ਗੱਲ, ਜੇ ਇਹਨੂੰ ਕੰਪੈਰੀਟਿਵਲੀ ਆਪਾਂ ਦੂਜੇ ਪਾਸੇ ਵੇਖਣ ਦੀ ਕੋਸ਼ਿਸ਼ ਕਰੋ, ਜਿਹੜੇ ਬੱਚੇ ਦੀ ਕੰਪਾਰਟਮੈਂਟ ਆਉਂਦੀ ਹੈ ਜਾਂ 20 ਨੰਬਰ ਆਉਂਦੇ ਨੇ, ਅਸੀਂ ਉਹਨੂੰ ਵੀ ਤਾਂ ਮੌਕਾ ਦਿੰਦੇ ਹਾਂ ਕਿ ਐਡਮਿਸ਼ਨ ਲੈ, ਅਗਲੇ ਸਾਲ ਜਾ ਸਪਲੀਮੈਂਟਰੀ 2 ਚਾਂਸ ਪੇਪਰ ਦੇ, ਤੂੰ ਅਗਲੇ ਸਾਲ ਜਾ ਕੇ ਦੋਨੋਂ ਬਰਾਬਰ ਪ੍ਰੀਖਿਆਵਾਂ ਦੇ। ਜੇ ਤੂੰ ਦੋਨੋਂ 10ਵੀਂ ਵੀ ਕਲੀਅਰ ਕਰ ਜਾਏਗਾ, 11ਵੀਂ ਕਰ ਜਾਏਗਾ ਉਸ ਅਗਲੇ ਸਾਲ ਦੇ ਵਿੱਚ, ਦੈਨ ਯੂ ਕੈਨ ਪ੍ਰਮੋਟ ਟੂ ਦ 12th ਕਲਾਸ। ਚਲੋ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਉਹਨਾਂ ਨੂੰ ਇੱਕ ਗੋਲਡਨ ਚਾਂਸ ਦਿੱਤਾ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਨਹੀਂ, ਮੈਂ ਗੋਲਡਨ ਚਾਂਸ ਹਾਲਾਤਾਂ ਦੇ ਵਿੱਚ ਗੋਲਡਨ ਚਾਂਸ ਨਹੀਂ ਕਹਿ ਸਕਦੇ। ਇਹ ਇੱਕ ਹੋਰ ਸਰਕਮਸਟੈਂਸਸ ਨਹੀਂ ਸੀ। ਮੈਂ ਤੁਹਾਨੂੰ ਹੁਣੇ ਹੀ ਪਹਿਲੇ ਪ੍ਰਸ਼ਨ ਵਿੱਚ ਇੱਕ ਯੂਪੀ ਐਜੂਕੇਸ਼ਨ ਬੋਰਡ ਦਾ ਇੱਕ ਰਿਜ਼ਲਟ ਬਾਰੇ ਗੱਲ ਕੀਤੀ, ਪਤਾ ਨਹੀਂ ਸ਼ਾਇਦ ਉਸ ਟਾਈਮ ਤੇ ਫੋਨ ਨਹੀਂ ਤੁਹਾਡੀ ਆਵਾਜ਼ ਪੂਰੀ ਆਈ ਸੀ। ਉਹਨਾਂ ਨੇ ਵੇਖੋ, ਹਾਂਜੀ ਉਹ ਸਾਰਾ 9ਵੀਂ ਪਾਸ ਵਾਲੇ ਬੱਚਿਆਂ ਨੇ 10ਵੀਂ ਦਾ ਰਿਜ਼ਲਟ ਬਣਾਤਾ ਜੀ। ਮੇਰੀ ਬੇਨਤੀ ਸੁਣੋ, 9ਵੀਂ ਪਾਸ ਵਾਲੇ ਬੱਚੇ ਤਾਂ ਨੈਚੁਰਲੀ 10ਵੀਂ ਸਾਰੇ ਪਾਸ ਹੋ ਜਾਣਗੇ ਜੀ। ਫਿਰ ਅੱਛਾ ਮਹਿਰੂਖ ਸਾਹਿਬ, ਇੱਕ ਗੱਲ ਹੋਰ ਦੱਸਿਓ। 26-27 ਲੱਖ ਦਾ ਕੰਮ ਹੈ ਜੀ। ਕੁਝ ਲੋਕ ਇਹ ਕਹਿ ਰਹੇ ਨੇ ਕਿ ਜਦੋਂ ਇਹਨਾਂ ਬੱਚਿਆਂ ਨੇ, ਖਾਸ ਤੌਰ ਤੇ ਜਿਹੜੇ ਬੱਚੇ ਬਾਹਰ ਜਾਣਾ ਚਾਹੁੰਦੇ ਨੇ, ਜੇ ਉਹ ਬਾਹਰ ਜਾਂਦੇ ਨੇ ਤਾਂ ਬਾਹਰੋਂ ਜਦੋਂ ਵੈਲਿਊਏਸ਼ਨ ਕੱਢੀ ਜਾਏਗੀ ਤਾਂ ਬੱਚੇ ਦਾ ਜਦੋਂ ਨਿਰੀਖਣ ਕੀਤਾ ਜਾਏਗਾ, ਉਦੋਂ ਇਹ ਕਿਹਾ ਜਾਏਗਾ ਇਹ ਬੱਚੇ ਤਾਂ ਬਿਨਾਂ ਪੇਪਰ ਦਿੱਤਿਆਂ ਪਾਸ ਹੋਏ ਨੇ। ਇਸ ਗੱਲ ਦਾ ਉਹਨਾਂ ਦੇ ਫਿਊਚਰ ਤੇ ਫਰਕ ਪਏਗਾ, ਅਸਰ ਪਏਗਾ। ਇਸ ਗੱਲ ਬਾਰੇ ਬੋਰਡ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ? ਅਸੀਂ ਇਹਨਾਂ ਸਾਰੀਆਂ ਗੱਲਾਂ ਨਾਲ ਕੰਸਰਨ ਆ। ਤੁਸੀਂ ਵੇਖੋ, ਜਦੋਂ ਕਿਸੇ ਬੱਚੇ ਦੇ ਪਾਣੀ ਖੜੋਤ ਆ ਜਾਵੇ, ਇਹ ਲਾਈਫ ਹੈ, ਜ਼ਿੰਦਗੀ ਹੈ ਹਰਪ੍ਰੀਤ ਜੀ। ਇਹਦੇ ਵਿੱਚ ਚੱਲਦਾ ਰਹੇਗਾ। ਤੁਸੀਂ 2 ਦਿਨ ਕਿਸੇ ਬੰਦੇ ਨੂੰ ਆਈਸੋਲੇਸ਼ਨ 'ਚ ਕਰ ਦਿਓ, ਆ ਕੋਵਿਡ ਦੀ ਬੜੀ ਮਾੜੀ ਹਾਲਤ ਸਾਰਿਆਂ ਦੀ ਬਣੀ। ਮੈਂ ਆਪ ਕੋਵਿਡ ਇਫੈਕਟਡ ਰਿਹਾ, ਆਈਸੋਲੇਸ਼ਨ 'ਚ ਰਿਹਾ। ਅਸੀਂ ਇੰਨੀਆਂ ਪੜ੍ਹਾਈਆਂ ਲਿਖਾਈਆਂ ਕਰਕੇ ਜਦੋਂ ਤੁਸੀਂ ਕਿਸੇ ਛੋਟੇ ਬੱਚੇ ਨੂੰ ਆਈਸੋਲੇਸ਼ਨ ਕਰਕੇ ਤਾਂ ਵੇਖੋ, ਸਿਸਟਮ 'ਚ ਡੀਅਟੈਚਮੈਂਟ ਕਰਕੇ ਤਾਂ ਵੇਖੋ ਇੱਕ ਵਾਰੀ ਉਹਦੇ ਹਾਲਾਤ ਮੈਂਟਲੀ ਕੀ ਬਣਦੀ ਹੈ। ਰਾਦਰ ਕਿ ਇਹਨੂੰ ਅਸੀਂ ਤਾਂ ਇੱਕ ਰਵਾਨਗੀ ਦੇ ਵਿੱਚ ਲੈ ਕੇ ਗਏ ਬੱਚੇ ਨੂੰ, ਤੁਸੀਂ ਉਸ ਪਾਸੇ ਲੈ ਰਹੇ ਹੋ ਮੁਕਾਬਲੇ ਨਾਰਮਲ ਲਾਈਫ ਦੇ ਵਿੱਚ। ਅੱਜ ਤੱਕ ਜ਼ਿੰਦਗੀ ਦੀ ਮਤਲਬ ਸਾਡੇ ਹਾਲਾਤ ਤਾਂ ਵੇਖੋ ਕੀ ਬਣੇ ਹੋਏ ਨੇ ਉਹਦੇ ਵਿੱਚ। ਅਸੀਂ ਇਹ
ਕੋਵਿਡ ਦੇ ਵਿੱਚ ਸਕੂਲ ਬੰਦ ਪਏ ਨੇ, ਸਿਸਟਮ ਸਾਰਾ ਰੁਕਿਆ ਹੋਇਆ ਹੈ, ਸਾਰੀਆਂ ਕੰਸਰਨ ਇੰਸਟੀਟਿਊਸ਼ਨ ਖੜੀਆਂ ਨੇ। ਅੱਜ ਜੇ ਬੋਰਡ ਰਿਜ਼ਲਟ ਦੇ ਕੇ ਅੱਗੇ ਰਵਾਨਗੀ 'ਚ ਲੈ ਕੇ ਜਾ ਰਿਹਾ ਹੈ, ਚੰਗੀ ਗੱਲ ਔਰ ਹੈ ਉਹ ਸਾਰਾ ਸਿਸਟਮ ਅੱਗੇ ਚੱਲੇਗਾ, 1 ਤੋਂ 2 ਤੋਂ 3 ਅੱਗੇ ਹੋਵੇਗਾ। ਤੁਹਾਡੀ ਗੱਲ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਤੁਸੀਂ ਰਵਾਨਗੀ ਵੱਲ ਲੈ ਕੇ ਕਿਉਂ, ਚੰਗੀ ਗੱਲ ਹੈ। ਪਰ ਮੇਰਾ ਇੱਕ ਸਵਾਲ ਇਹ ਵੀ ਹੈ ਕਿ ਬੋਰਡ ਨੇ ਇਹ ਵੀ ਸੋਚਿਆ ਹੋਇਆ ਕਿ ਜੇ ਉਹਨਾਂ ਤੇ ਕੋਈ ਕਿੰਤੂ ਪਰੰਤੂ ਕੀਤਾ ਜਾਂਦਾ ਹੈ, ਜੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਕੋਈ ਗੱਲ ਲਾਈ ਜਾਂਦੀ ਹੈ, ਆਬਜੈਕਸ਼ਨ ਲੱਗਦਾ ਹੈ, ਤਾਂ ਕੀ ਹੋਏਗਾ? ਕੀ ਬੋਰਡ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਂ ਕਿਸੇ ਤਰ੍ਹਾਂ ਦੀ ਕੋਈ ਭਰਪਾਈ ਦਾ ਕੰਮ ਕੀਤਾ ਜਾ ਸਕਦਾ? ਬਿਲਕੁਲ, ਮੈਂ ਤੁਹਾਨੂੰ ਹੋਰ ਪਾਸੋਂ ਗੱਲ ਕਰਦਾ। RTE ਦੇ ਵਿੱਚ 5ਵੀਂ ਤੇ 8ਵੀਂ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਕੁਆਲੀਫਾਈਡ ਐਂਡ ਅਨਕੁਆਲੀਫਾਈਡ ਕਰਨਾ ਹੈ, ਪਾਸ ਫੇਲ ਵੀ ਨਹੀਂ ਕਰਨਾ, ਔਰ 2 ਮਹੀਨੇ ਦੇ ਵਿੱਚ ਐਗਜ਼ਾਮ ਕਰਾਉਣਾ ਉਹਨਾਂ ਬੱਚਿਆਂ ਦਾ। ਜੇ ਉਹ ਰਹਿੰਦਾ ਰਿਜ਼ਲਟ 2 ਮਹੀਨੇ ਬਾਅਦ ਰਹਿੰਦਾ ਤੇ ਫਿਰ ਉਹਨਾਂ ਨੂੰ ਡ੍ਰੌਪ ਆਊਟ ਤੇ ਲੈ ਕੇ ਮਤਲਬ ਉਹਨਾਂ ਨੂੰ ਸਕਾਲ ਦੇ ਲਈ ਡਿਟੈਂਸ਼ਨ ਕਰਨੀ ਹੈ ਜੀ। ਤੁਸੀਂ ਜਦੋਂ RTE ਆਈ ਸੀ, ਕਿਸੇ ਨੋ ਡਿਟੈਂਸ਼ਨ ਪਾਲਿਸੀ ਸੀ, ਐਂਡ ਉਹ ਜਦੋਂ ਗਵਰਨਮੈਂਟ ਆਫ ਇੰਡੀਆ ਦੇ ਐਕਟ ਦੀ ਜਿਹੜੀ ਅਮੈਂਡਮੈਂਟ ਹੋਈ ਹੈ ਸਟੇਟ ਦੀ ਰਿਪਰੈਜ਼ੈਂਟੇਸ਼ਨ ਦੇਣ ਦੇ ਨਾਲ, ਜਿਹਦੇ ਵਿੱਚ ਪੰਜਾਬ ਸਰਕਾਰ ਦੇ ਫੈਸਲੇ ਹੋਏ ਨੇ, ਸੈਂਟਰਲ ਗਵਰਨਮੈਂਟ ਰਿਪਰੈਜ਼ੈਂਟ ਕੀਤੀਆਂ ਗਈਆਂ ਨੇ, ਉਸ ਕੰਟੈਂਟ ਦੇ ਸਾਰਿਆਂ ਨੂੰ ਵੇਖਣ ਦੀ ਜ਼ਰੂਰਤ ਹੈ। ਕਿੱਥੇ 100% ਸਾਰੇ ਹੀ ਬੱਚੇ ਅਗਲੀ ਕਲਾਸ 'ਚ ਚਲੇ ਜਾਂਦੇ ਸੀਗੇ ਜੀ 9ਵੀਂ ਤੱਕ। ਠੀਕ ਹੈ, ਆਹ ਬੋਰਡ ਨੇ ਤਾਂ ਫਿਰ ਵੀ ਰਿਜ਼ਲਟ ਨੂੰ, ਕਿਉਂਕਿ ਸਾਡੀ ਪ੍ਰੀਖਿਆ 2020 ਦੀ ਪਿਛਲੇ ਸਾਲ ਦੀ ਪਹਿਲੀ ਬੋਰਡ ਪ੍ਰੀਖਿਆ ਸੀ 2010 ਤੋਂ ਬਾਅਦ 5ਵੀਂ 8ਵੀਂ ਦੀ, ਐਂਡ ਇਸ ਸਾਲ ਸੈਕੰਡ ਰਿਜ਼ਲਟ ਸੀ, ਸਕੂਲ ਬੰਦ ਰਹੇ ਨੇ, ਐਗਜ਼ਾਮ ਅਸੀਂ ਤਾਂ ਕਰਾ ਲੈਣੇ ਸੀ। ਸਾਡੇ ਤੇ ਇੱਕ ਬੜੀ ਹੋਰ ਵੱਡੀ ਪ੍ਰੋਬਲਮ ਆ ਗਈ, ਜਿਹੜੀ ਜਨਗਣਨਾ ਐਤਕੀ ਸ਼ੁਰੂ ਹੋਈ ਹੈ ਉਹਦੇ ਭਾਰਤ ਸਰਕਾਰ ਦੀ ਡਾਇਰੈਕਸ਼ਨ ਸੀਗੀਆਂ ਕਿ 15 ਮਾਰਚ ਤੱਕ ਐਗਜ਼ਾਮ ਨਾ ਕਰਵਾਏ ਜਾਣ ਜੀ। ਇੱਕ ਇਹ ਇਸ਼ੂ ਸੀ ਸਾਡੇ ਸਾਹਮਣੇ, ਇਸੇ ਕਰਕੇ ਅਸੀਂ 5ਵੀਂ ਤੇ 16 ਮਾਰਚ ਤੋਂ ਸ਼ੁਰੂ ਕੀਤੇ। ਔਰ +2 ਦੇ ਜੇ ਅਸੀਂ ਬੱਚਿਆਂ ਨੂੰ ਨੈਸ਼ਨਲ ਸਿਨੈਰੀਓ, ਕਿਉਂਕਿ ਜਿਹੜੀ ਇਹ ਨੈਸ਼ਨਲ ਬੋਰਡ ਸੀਗੇ ਉਹ 4 ਮਈ ਤੋਂ ਸ਼ੁਰੂ ਕਰ ਰਹੇ ਸੀ, ਕਿ ਅਸੀਂ ਆਪਣੇ ਬੱਚਿਆਂ ਨੂੰ ਪ੍ਰੋਪਰ ਟਾਈਮ ਪੜ੍ਹਨ ਲਈ ਉਹਨਾਂ ਨਾ ਦਿੰਦੇ, ਕਿ ਪੰਜਾਬ ਦੇ ਬੱਚੇ ਉਹ 1.5 ਮਹੀਨਾ ਬੱਚੇ ਪਿੱਛੇ ਰਹਿ ਕੇ ਪੜ੍ਹ ਕੇ ਕੰਮ ਕਰਦੇ। ਇਹ ਸਾਰੀਆਂ ਚੀਜ਼ਾਂ ਦੇ ਇੱਕ ਸਮੀਕਰਨ ਨੈਸ਼ਨਲ ਸਿਨੈਰੀਓ ਦੇਖਣ ਦੀ ਜ਼ਰੂਰਤ ਹੈ। ਮੇਰੇ ਕੋਲ ਸਮਾਂ ਘੱਟ ਹੈ। ਮਰੂਕ ਸਾਹਿਬ, ਹੁਣ +2 ਦਾ ਕੀ ਹੋਏਗਾ? 12ਵੀਂ ਜਮਾਤ ਦੇ ਬੱਚਿਆਂ ਦਾ ਕੀ ਹੋਏਗਾ? ਕੀ ਐਗਜ਼ਾਮ ਹੋਣਗੇ, ਨਹੀਂ ਹੋਣਗੇ, ਜਾਂ ਹੋਣਗੇ ਤਾਂ ਕਿਸ ਫਾਰਮੈਟ 'ਚ ਹੋਣਗੇ? ਆਫਲਾਈਨ ਹੋਣਗੇ, ਆਨਲਾਈਨ ਹੋਣਗੇ? ਕੀ ਬੋਰਡ 12ਵੀਂ ਦੀ ਪ੍ਰੀਖਿਆ ਲੈਣ ਦੇ ਲਈ ਤਿਆਰ ਹੈ? ਅਸੀਂ ਪਹਿਲੀ ਗੱਲ ਇਹ ਹੈ ਕਿ ਬੋਰਡ ਅਸੀਂ 4 ਮਈ ਦੀ ਪ੍ਰੀਖਿਆ ਲੈਣ ਤੇ ਹੀ +2 ਦੀ ਪ੍ਰੀਖਿਆ ਕਰਾਉਣ ਦੇ ਲਈ ਹਰ ਪਾਸੋਂ ਤਿਆਰ ਸੀਗੇ। ਨੰਬਰ 1, ਰਾਦਰ 6 ਫੁੱਟ ਦੀ ਦੂਰੀ ਉੱਤੇ ਅਸੀਂ ਕੇਂਦਰ ਬਣਾਏ, DO ਸਾਹਿਬ ਤੋਂ ਰਿਪੋਰਟਾਂ ਲਈਆਂ, ਸਕੂਲ ਹੈੱਡ ਤੋਂ ਰਿਪੋਰਟਸ ਲਈਆਂ, ਐਂਡ ਸਾਡੇ ਇੱਥੋਂ ਹਰ ਜ਼ਿਲ੍ਹੇ ਦੇ ਅਸੀਂ ਨੋਡਲ ਅਫਸਰ ਲਾਏ। 6 ਫੁੱਟ ਦੀ ਦੂਰੀ, ਇੰਫਰਾਸਟ੍ਰਕਚਰ ਸਾਰਾ ਕੀਤਾ ਗਿਆ। ਐਂਡ ਇਹਦੀ ਇੱਕ ਗੁੱਡ ਐਗਜ਼ਾਮਪਲ ਪੇਪਰ ਕਰਾਉਣ ਦੀ ਤਿਆਰੀ ਇਹ ਹੈ ਕਿ 16 ਤੋਂ ਲੈ ਕੇ 23 ਮਈ ਤੱਕ 5ਵੀਂ ਦੀ ਪ੍ਰੀਖਿਆ ਹੋਈ। 3,14,472 ਬੱਚਾ ਬੈਠਾ, ਉਹਦੇ ਚ ਕੇਵਲ ਤਾਂ ਕੇਵਲ 19 ਕੇਸ ਉਹ ਆਏ ਜਿਹੜੇ ਕੋਵਿਡ ਕਰਕੇ ਬੱਚਿਆਂ ਨੇ ਕਿਹਾ ਕਿ ਅਸੀਂ ਪ੍ਰੀਖਿਆ ਨਹੀਂ ਦੇ ਸਕਦੇ, ਸਿਰਫ 19 ਕੇਸ। ਸੋ ਇਹ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਨਾਲ ਬੱਚੇ ਜੁੜੇ ਹੋਏ ਨੇ, ਉਹ ਪੇਪਰ ਦੇਣਾ ਚਾਹੁੰਦੇ ਨੇ, ਦਾ ਮਤਲਬ ਇਹ ਨਿਕਲਦਾ ਹੈ ਜੀ। ਬਿਲਕੁਲ ਠੀਕ ਹੈ, ਉਹ ਪੇਪਰ ਦੇਣਾ ਚਾਹੁੰਦੇ ਨੇ, 6 ਫੁੱਟ ਦੂਰੀ ਦੇ ਪੇਪਰ ਦੇਣਾ ਚਾਹੁੰਦੇ। ਨੰਬਰ 1, ਮੈਂ ਇਹ ਮੈਂਟਲੀ ਜਿਹੜੀ ਸਥਿਤੀ ਸਾਡੇ ਕੋਲ ਡਾਟਾ ਵਾਈਜ਼ ਆਈ, ਮੈਂ ਇੱਕ ਸ਼ੇਅਰ ਕੀਤੀ। ਨੰਬਰ 2, ਜਿੱਥੇ ਤੱਕ ਪ੍ਰੀਖਿਆਵਾਂ ਕਰਾਉਣ ਦਾ ਹੈ, ਪੰਜਾਬ ਤੋਂ ਸਿੱਖਿਆ ਬੋਰਡ, ਪੰਜਾਬ ਸਰਕਾਰ ਦੇ ਕੱਲ ਮਾਨਯੋਗ ਮੁੱਖ ਮੰਤਰੀ ਆਪਣੇ ਸਿੱਖਿਆ ਮੰਤਰੀ ਜੀ ਵੱਲੋਂ ਜਿਹੜਾ ਅਖਬਾਰਾਂ 'ਚ ਬਿਆਨ ਛਪਿਆ, ਉਹਨਾਂ ਨੇ ਬੜਾ ਸਪਸ਼ਟ ਕਿਹਾ ਹੈ ਕਿ ਪੰਜਾਬ ਸਿੱਖਿਆ ਬੋਰਡ ਪ੍ਰੀਖਿਆਵਾਂ ਲਏਗਾ। ਇਹਦੇ ਉੱਤੇ ਭਾਰਤ ਸਰਕਾਰ ਨੂੰ ਇੱਕ ਸਾਰੀਆਂ ਕੰਸੈਂਸਸ ਬਣ ਰਹੀਆਂ ਨੇ, ਐਂਡ ਵੈਰੀ ਸ਼ਾਰਟਲੀ ਜਿਹੜਾ ਆਈ ਥਿੰਕ ਜੁਆਇੰਟ ਉਹ ਸਾਡੇ ਸਾਰਿਆਂ ਸਾਹਮਣੇ ਹੋਏਗਾ। ਔਰ ਜਿੱਦ ਤੱਕ ਮੈਨੂੰ ਯਕੀਨ ਹੈ ਕਿ ਪ੍ਰੀਖਿਆਵਾਂ ਹਰ ਹਾਲਤ 'ਚ ਲਿਖਤੀ ਰੂਪ ਵਿੱਚ ਹੋਣਗੀਆਂ ਜੀ। ਸਰ, ਮੇਰੀ ਬੇਨਤੀ ਇਹਦੇ ਉੱਤੇ ਹੈ ਤੁਹਾਡੇ ਮੀਡੀਆ ਦੇ ਰਾਹੀਂ, ਤੁਹਾਡੇ ਚੈਨਲ ਦੇ ਰਾਹੀਂ, ਕਿ ਬੱਚੇ ਦੁਬਾਰਾ ਆਪਦੀ ਪੜ੍ਹਾਈ ਨਾਲ ਜੁੜਨ, ਬੱਚੇ ਪੜ੍ਹਾਈ ਨਾਲ ਜੁੜ ਕੇ ਨਿਰੰਤਰ ਆਪਦੀ ਪੜ੍ਹਾਈ ਕਰਨ। +2 ਉਹਨਾਂ ਦੀ ਪ੍ਰੀਖਿਆ ਹਾਇਰ ਐਜੂਕੇਸ਼ਨ ਦੇ ਲਈ ਇੱਕ ਮੀਟਰ ਰੱਖਿਆ ਹੋਇਆ ਹੈ ਵਿਚਕਾਰ, ਜਿੰਨੇ ਉਹਨਾਂ ਨੂੰ ਉਸ ਬ੍ਰਿਜ ਦੇ ਵਾਂਗੂ ਉਹਨਾਂ ਨੂੰ ਤਿਆਰ ਕਰਕੇ ਭੇਜਣਾ ਹੈ। ਸੋ ਆਦੀ ਪੜ੍ਹਾਈ ਨਾਲ ਸੱਚੀ ਮੁੱਚੀ 24 ਘੰਟੇ ਦੇ ਵਾਂਗੂ ਜੁੜ ਕੇ ਰਹਿਣ ਜੀ। ਠੀਕ ਹੈ। ਮਹਿਰੂਕ ਸਾਹਿਬ, ਇੱਕ ਆਖਰੀ ਸਵਾਲ, ਕੀ ਬੱਚਿਆਂ ਦੇ ਮਾਪਿਆਂ ਦੀ ਕੰਸੈਂਸ ਲਈ ਜਾਏਗੀ, ਸਹਿਮਤੀ ਲਈ ਜਾਏਗੀ ਕਿ ਬੱਚਿਆਂ ਦੇ ਐਗਜ਼ਾਮ ਲਏ ਜਾਣ ਕਿ ਨਾ ਲਏ ਜਾਣ? ਬੜੇ ਸਾਰੇ ਮਾਂ-ਬਾਪ ਜਿਹੜੇ ਕੰਸਰਨ ਨੇ ਉਹ ਕਹਿੰਦੇ ਨੇ ਕਿ ਐਗਜ਼ਾਮ ਨਾ ਲਏ ਜਾਣ, ਬੜੇ ਸਾਰੇ ਅਜਿਹੇ ਨੇ ਜਿਹੜੇ ਕਹਿੰਦੇ ਨੇ ਕਿ ਲਏ ਜਾਣ। ਅਜਿਹੀ ਸਥਿਤੀ ਦੇ ਵਿੱਚ ਬੋਰਡ ਦਾ ਕੀ ਫੈਸਲਾ ਹੋਏਗਾ? ਕੀ ਉਹ ਫੈਸਲਾ ਸਹਿਮਤੀ ਭਰਿਆ ਹੋਏਗਾ? ਇਹ ਤੁਹਾਡਾ ਪ੍ਰਸ਼ਨ ਤਾਂ ਬੜਾ ਵੱਡਾ ਹੈ। ਮੈਂ ਇਹਨੂੰ ਆਫੀਸ਼ੀਅਲ ਕੈਪੈਸਿਟੀ ਤੇ ਸ਼ਾਇਦ ਮੈਂ ਨਹੀਂ ਗੱਲ ਤੁਹਾਨੂੰ ਕਹਿ ਸਕਦਾ, ਪਰਸਨਲ ਕੈਪੈਸਿਟੀ 'ਚ ਗੱਲ ਕਹਿਣੀ ਚਾਹਾਂਗਾ ਜੀ। ਇਹਦੇ ਲਈ ਜਦੋਂ 33% ਤੋਂ ਲੈ ਕੇ 100% ਦੀ ਰੇਂਜ ਆ ਜਾਂਦੀ ਹੈ, ਇਹਦਾ ਮਤਲਬ ਇਹ ਹੋਇਆ ਕਿ 67% ਬੱਚੇ ਆਪਟੀਮਿਸਟਿਕ ਪੜ੍ਹਾਈ ਦੇ ਵਿੱਚ ਵਿਸ਼ਵਾਸ ਰੱਖ ਕੇ ਕੰਮ ਕਰਦੇ ਨੇ, ਐਂਡ ਉਹ ਸਾਰੇ ਸਾਡੇ 67% ਜਿਹੜੇ ਅੰਦਾਜ਼ਾ ਬੱਚੇ ਨੇ, ਉਹ ਉਹਨਾਂ ਦੇ ਮਾਪਿਓ ਸਾਰੇ ਕਹਿਣਗੇ ਕਿ ਪੇਪਰ ਹੋਣੇ ਚਾਹੀਦੇ ਨੇ। ਇੱਕ ਗੱਲ ਜਿਹੜੀ ਤੱਕ ਸਟੇਕ ਹੋਲਡਰਸ ਦੀ ਗੱਲ ਹੋਈ ਹੈ, ਕੱਲ ਦਾ ਮੈਨੂੰ ਇੱਕ ਰਿਪੋਰਟ ਜਿਹੜੀ ਸ਼ਾਮ ਨੂੰ ਵਾਇਰਲ ਵੀ ਹੋਈ ਸੋਸ਼ਲ ਮੀਡੀਆ ਤੇ, ਦਿੱਲੀ ਬਾਰੇ ਜਾਂ ਹੋਰ 1-2 ਸਟੇਟ ਬਾਰੇ, ਤਾਂ ਉੱਥੋਂ ਇਹ ਆਇਆ ਕਿ ਵੱਖੋ ਵੱਖਰੀ ਸਟੇਟ ਬੋਰਡ ਨੇ ਇਨਕਲੂਡਿੰਗ
ਅਵਰ ਅਸੀਂ ਬੱਚਿਆਂ ਦੇ ਮਾਪਿਆਂ ਤੋਂ ਕੁਛ ਨਾ ਕੁਛ ਰਿਐਕਸ਼ਨ ਪ੍ਰਾਪਤ ਕੀਤੇ ਹੋਏ ਨੇ, ਜਿਹਦੇ ਥੱਲੇ ਅਸੀਂ ਕਹਿ ਸਕਦੇ ਹਾਂ ਕਿ ਇਹ ਐਗਜ਼ਾਮ ਜਿਹੜੇ ਹੋਣੇ ਚਾਹੀਦੇ ਨੇ ਔਰ ਉਹ ਵਿਲਿੰਗ ਨੇ। ਤੀਜੀ ਗੱਲ, ਕੋਵਿਡ ਦੇ ਕਰਕੇ ਅਸੀਂ ਇੱਕ ਪਰਫਾਰਮਾ ਦਿੱਤਾ ਸੀ 5ਵੀਂ ਦੇ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ, ਪਿਛਲੇ ਸਾਲ ਵੀ ਦਿੱਤਾ ਸੀ ਕਿ ਅਸੀਂ ਆਪਦੀ ਵਿਲ ਦੇ ਨਾਲ ਪੇਪਰ ਦੇਣ ਆਏ ਆ, ਕੋਵਿਡ ਦੇ ਅਨੁਸਾਰ ਅਸੀਂ ਪੇਪਰ ਦੇਣਾ ਚਾਹੁੰਦੇ ਆ। ਉਸੇ ਤਰੀਕੇ ਹੀ ਪਰਫਾਰਮਾ ਭਰਿਆ ਗਿਆ ਸੀ। ਉਹ ਇਹ ਕ੍ਰੈਡਿਟ ਸਾਡੇ ਕੋਲ ਵਿਲਨੈਸ ਹਰ ਇੱਕ ਬੱਚੇ ਦੀ ਆ ਗਈ। ਜਿਹੜਾ ਬੱਚਾ ਪੇਪਰ ਦੇਣ ਲਈ ਗਿਆ ਹੈ ਐਂਡ ਉਹਨੇ ਪਹਿਲਾਂ ਇੱਕ ਅੰਡਰਟੇਕਿੰਗ ਦਿੱਤੀ ਹੈ ਕਿ ਮੈਂ ਆਪਣੀ ਵਿਲ ਦੇ ਨਾਲ ਪੇਪਰ ਦੇਣਾ ਚਾਹਣਾ ਜੀ। ਸਾਡੇ ਵੱਲੋਂ 5ਵੀਂ ਪ੍ਰੀਖਿਆ ਦਾ ਇੱਕ ਮਾਡਲ ਬਹੁਤ ਸੋਹਣਾ ਸਾਡੇ ਸਾਹਮਣੇ ਆਇਆ। ਅਸੀਂ 3 ਗੱਲਾਂ ਉਹਦੇ ਕਹੀਆਂ ਸੀ ਵੱਡੀਆਂ ਕਿ ਜਿਸ ਬੱਚੇ ਨੂੰ ਵੀ ਕੋਵਿਡ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਸਿੰਪਟਮ ਨਿਸ਼ਾਨ ਹੈ, ਉਹ ਘਰ ਬੈਠ ਤੋਂ ਹੀ ਜਾ ਕੇ ਇੱਕ ਕੋਵਿਡ ਦਾ ਦੇਗਾ ਸਰਟੀਫਿਕੇਟ ਕਿ ਮੈਨੂੰ ਕੋਵਿਡ ਪੇਪਰ ਨਹੀਂ ਦੇ ਸਕਦਾ। ਗੇਟ ਦੇ ਉੱਤੇ ਥਰਮੋ ਸਕੈਨਰ ਸੀ ਸਕੂਲਾਂ ਦੇ ਵਿੱਚ। ਇਨ ਕੇਸ ਬੱਚੇ ਨੂੰ ਜੇ ਕਿਸੇ ਥਾਂ ਦੇ ਉੱਤੇ ਕੋਈ ਮੁਸ਼ਕਲ ਆ ਗਈ ਹੈ ਤੇ ਜਿਹੜੇ ਸਾਡੇ ਵਿਜੀਲੈਂਟ ਅਫਸਰ ਨੇ ਜਾਂ ਸਟਾਫ ਹੋਰ ਲੱਗਿਆ ਹੋਇਆ, ਉਹਨਾਂ ਨੇ ਕਿਹਾ ਕਿ ਬੱਚੇ ਨੂੰ ਗੇਟ ਤੋਂ ਹੀ ਘਰ ਵਾਪਸ ਮੋੜ ਦਿੱਤਾ ਜਾਵੇ ਔਰ ਬੱਚੇ ਜਿਹੜੇ ਅੱਧਾ ਘੰਟਾ ਪਹਿਲਾਂ ਵੀ ਆਉਣ ਐਗਜ਼ਾਮੀਨੇਸ਼ਨ ਸੈਂਟਰ ਤੇ ਪਹੁੰਚਣ। ਉਹਦੇ ਸਿਰਫ 19 ਬੱਚੇ ਆਏ ਨੇ ਜੀ। ਤੁਸੀਂ ਵੇਖੋ ਤੁਸੀਂ 3,14,400 ਬਿਲਕੁਲ ਸਹੀ ਹੈ ਮਹਿਰੂਖ ਸਾਹਿਬ। ਆਪਣੇ ਕੋਲ ਸਮਾਂ ਘੱਟ ਹੈ, ਮੇਰੇ ਕੋਲ ਸਮਾਂ ਘੱਟ ਹੈ। ਇੱਕ ਅਹਿਮ ਸਵਾਲ ਜ਼ਰੂਰ ਹੈ, ਹਾਲਾਂਕਿ ਮੈਂ ਓਵਰ ਟਾਈਮ ਲੈ ਰਿਹਾ ਥੋੜਾ ਜਿਹਾ। ਇਹ ਸਵਾਲ ਬੜਾ ਅਹਿਮ ਹੈ ਕਿ ਆਨਲਾਈਨ ਵੀ ਐਗਜ਼ਾਮ ਲਏ ਜਾ ਸਕਦੇ ਨੇ ਪਲੱਸ 2 ਦੇ, ਜਾਂ ਫਿਰ ਕੀ ਇਹ ਆਪਸ਼ਨ ਵੀ ਦਿੱਤਾ ਜਾ ਸਕਦਾ ਹੈ ਕਿ ਜਿਹੜੇ ਬੱਚੇ ਨੇ ਆਫਲਾਈਨ ਦੇਣਾ ਉਹ ਆਫਲਾਈਨ ਦੇਵੇ, ਜਿਹਨੇ ਆਨਲਾਈਨ ਦੇਣੇ ਆਨਲਾਈਨ ਦੇਵੇ? ਕਿਉਂਕਿ ਅਜਿਹੀਆਂ ਕਲਾਸਿਸ ਵੀ ਹੋਈਆਂ ਕਿ ਜਿਹਨੇ ਕਲਾਸ ਲਾਣੀ ਹੈ ਉਹ ਕਲਾਸ 'ਚ ਆ ਜਾਵੇ, ਜਿਹਨੇ ਘਰ ਬੈਠ ਕੇ ਆਨਲਾਈਨ ਪੜ੍ਹਨਾ ਪੜ੍ਹ ਲਵੇ। ਕਿ ਇਦਾਂ ਐਗਜ਼ਾਮ ਪੋਸੀਬਲ ਹੋ ਸਕਦਾ? ਹਰਪ੍ਰੀਤ ਜੀ ਪ੍ਰੈਕਟੀਕਲੀ ਲਾਈਫ ਦੇ ਵਿੱਚ ਜਦੋਂ ਐਗਜ਼ਾਮ ਹੋਣਾ ਨਾ ਇੱਕ ਫਾਰਮੈਟ ਵਿੱਚ ਹੀ ਜਾਏਗਾ। ਕਾਫਟਲ ਕੁਐਸਚਨ ਪੇਪਰ ਬਣਨੇ ਨੇ, ਆਬਜੈਕਟਿਵ ਟਾਈਪ ਪੇਪਰਾਂ ਦੇ ਉੱਤੇ ਬੜੀ ਮੁਸ਼ਕਲਾਂ ਨੇ। ਅਸੀਂ ਬੱਚਿਆਂ ਨੂੰ ਨੈਸ਼ਨਲ ਸਿਨੈਰੀਓ ਦੇ ਉੱਤੇ ਭੇਜਣਾ ਹੈ। ਸੋ ਇਹ ਪੇਪਰ ਜਿਹੜੇ ਨੇ ਇਹ ਆਨਲਾਈਨ ਪੇਪਰ ਇਹ ਲੱਖਾਂ ਬੱਚਿਆਂ ਦੇ ਹੋਣੇ ਨੇ। ਕੋਈ 1-2 ਜਬ ਯੂਨੀਵਰਸਿਟੀ ਜਿਵੇਂ 5,000 ਬੱਚੇ ਦੇ ਕਰਾਉਂਦੀ, 7,000 ਕਲਾਸ ਦਾ ਕਰਾਉਂਦੀ, 12,000 ਦਾ ਕਰਾਉਂਦੀ ਹੈ, ਉਹ ਇਸ ਤਰ੍ਹਾਂ ਦਾ ਸਿਸਟਮ ਨਹੀਂ ਹੈ। ਪਹਿਲੀ ਗੱਲ ਇੱਕ ਸਾਡੇ ਜਿਹੜੇ ਬੱਚੇ 12ਵੀਂ ਤੱਕ ਦੇ ਨੇ, ਭਾਵੇਂ ਅਸੀਂ 6ਵੀਂ ਤੋਂ 12ਵੀਂ ਤੱਕ ਕੰਪਿਊਟਰ ਐਪਲੀਕੇਸ਼ਨ ਦਾ ਪੇਪਰ ਕੰਪਲਸਰੀ ਕੀਤਾ ਹੋਇਆ ਹੈ, ਪਰ ਬੱਚਾ ਜਦੋਂ ਫੈਮਿਲੀਅਰ ਗੈਜਟਸ ਦੇ ਨਾਲ ਪੇਪਰ ਦੇਣ ਤੇ ਸਾਡਾ ਪਲੱਸ 2 ਦਾ ਬੱਚਾ ਛੋਟਾ ਬੱਚਾ ਹੈ ਔਰ ਉਹ ਮੈਕਸਿਮਮ ਦੀ ਪਾਪੂਲੇਸ਼ਨ ਸਾਡੇ ਰੂਰਲ ਬੱਚਿਆਂ ਦੀ, ਉਹ ਇੰਨੇ ਫੈਮਿਲੀਅਰ ਨਹੀਂ ਗੇ, ਉਹਦੇ ਨੰਬਰ ਘੱਟ ਆਉਣਗੇ। ਮੈਂ ਵੀ ਐਡਵਾਈਜ਼ ਇਹ ਕਰਦਾ ਕਿ ਸਾਡੇ ਬੱਚੇ ਲਿਖਤੀ ਤੌਰ ਤੇ ਪ੍ਰੀਖਿਆ ਦੇਣ ਲਈ ਤਿਆਰ ਰਹਿਣ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਮਹਿਰੂਖ ਸਾਹਿਬ ਇਹਨਾਂ तमाम ਜਾਣਕਾਰੀਆਂ ਤੇ तमाम ਗੱਲਾਂ ਦੇ ਲਈ। ਇਹ ਸਨ ਜੇ ਮਹਿਰੂਖ ਸਾਹਿਬ, ਐਗਜ਼ਾਮੀਨੇਸ਼ਨ ਕੰਟਰੋਲਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ, ਜਿਨ੍ਹਾਂ ਨੇ ਇਸ਼ਾਰਿਆਂ ਦੇ ਵਿੱਚ ਕਈ ਗੱਲਾਂ ਸਾਫ਼ ਕਰ ਦਿੱਤੀਆਂ ਨੇ ਕਿ ਐਗਜ਼ਾਮ 100% ਹੋਣਗੇ ਪਲੱਸ 2 ਦੇ ਔਰ ਹੋਣਗੇ ਵੀ ਆਫਲਾਈਨ, ਆਨਲਾਈਨ ਨਹੀਂ ਹੋਣਗੇ। ਇਸ ਕਰਕੇ ਬੱਚਿਆਂ ਨੂੰ ਉਹਨਾਂ ਨੇ ਕਿ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੀ ਤਿਆਰੀ ਪੂਰੀ ਰੱਖੋ, ਕਿਉਂਕਿ ਵਾਰ-ਵਾਰ ਬੱਚੇ ਜਿਹੜੇ ਉਹ ਸਾਨੂੰ ਮੈਸੇਜ ਕਰਕੇ ਪੁੱਛਦੇ ਸੀਗੇ ਕਿ ਕੁਝ ਕਲੈਰਿਟੀ ਨਹੀਂ ਹੈਗੀ। ਸੋ ਲਗਭਗ ਕਲੀਅਰ ਹੋ ਚੁੱਕਾ ਹੈ ਤੇ ਪੂਰੇ ਚਾਂਸਸ ਨੇ ਕਿ ਜੂਨ ਦੇ ਮਹੀਨੇ ਦੇ ਵਿੱਚ ਐਗਜ਼ਾਮ ਨੇ ਜਿਹੜੇ ਉਹ ਲਏ ਜਾ ਸਕਦੇ ਨੇ। ਇਸ ਤੋਂ ਇਲਾਵਾ ਜਿਹੜੀਆਂ ਗੱਲਾਂ ਹੋਰ ਸਾਹਮਣੇ ਆਈਆਂ ਸੀਗੀਆਂ ਕਿ ਬੋਰਡ ਦੇ ਨਤੀਜੇ ਐਵੇਂ ਕਿਉਂ ਐਲਾਨ ਦਿੱਤੇ ਗਏ ਜਾਂ ਬਿਨਾਂ ਅਸੈਸਮੈਂਟ ਦੇ ਐਲਾਨੇ ਗਏ ਨੇ, ਉਹਨਾਂ तमाम ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਮਹਿਰੂਖ ਸਾਹਿਬ ਨੇ ਦੇ ਦਿੱਤਾ। ਸੋ ਸਾਡਾ ਮਕਸਦ ਇਹੀ ਹੁੰਦਾ ਹੈ, ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਪਲੱਸ 2 ਦੇ ਐਗਜ਼ਾਮ ਆਫਲਾਈਨ ਹੋਣ ਤਾਂ ਤੁਸੀਂ ਕਮੈਂਟ ਦੇ ਸਕਦੇ ਹੋ ਫੇਸਬੁੱਕ ਤੇ ਇਸ ਪ੍ਰੋਗਰਾਮ ਦੇ ਥੱਲੇ, ਤਾਂ ਅਸੀਂ ਵੀ ਸਾਰਾ ਡੇਟਾ ਜਿਹੜਾ ਹੈਗਾ ਉਹ ਬੋਰਡ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।